अंगद दोख निकंदन दोख निकंदन अमरदास गुर हृदय त्यामो हृदय त्यामो। श्री गुरु रामदास गुण गामो श्री गुरु रामदास गुण गामो। गुरु अर्जन विघ्नन के नाशक विघ्न के नाशक। गुरु हर गोबिंद शोभ मत प्रकाशक शोभ मत प्रकाशक। गुरु हर राय नमो कर जोरी नमो कर जोरी। श्री हरि कृष्ण मनाए बहोरी नाए बहोरी। तेग बहादुर परम कृपाला जी परम कृपाला। गुरु गोबिंद सिंह बेसाला गुरु गोबिंद सिंह बेसाला। तरों तरापुर पुन पुन सीसा जी पुन पुन सीसा। बंदों बार बार जगदीशा बंदों बार बार जगदीशा। साहिब श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे साहिब श्री गुरु ग्रंथ साहिब पातशाह महाराज जी की पावन पवित्र हजूरी अंदर जुड़ बैठी साध संगत जी। आप जी जो श्री गुरु अंगद पातशाह महाराज जी दे पावन मुकद्दस जीवन की कथा चल रही है, उसनूं श्रवण करन दे लई बड़े अदब प्यार सत्कार दे नाल गुरु साहिब जी दे पावन हजूरी अंदर जुड़ बैठे हो। असीं 2 दिन पहला ये श्रवण कीता सी श्री गुरु अंगद पातशाह जी महाराज उन्हां कोल एक चौधरी चल के आया जिन्हों मिर्गी का बड़ा तकड़ा रोग सी, मिर्गी के दौरे पैंदे सन, शराब बहुत पिया करता सी। महाराज साहब जी ने महाराज जी के अगे बचन किए, साहब जी मैनू बड़ा तकड़ा रोग है, कृपा करो मेरा ये रोग हट जाए। महाराज जी कहते भाई ये बचन हुंदा है गुरु का। महाराज कहते तू ये मदरा पीनी छड़ दे, नशा करना छड़ दे, तेरा रोग परमात्मा कृपा करेगा ठीक हो जाएगा। उसका रोग ठीक होया। आओ हुण अगे वेखदे हां की उहदे नाल वरतांत वापरदा है, की उहदे नाल बनदा है। क्योंकि एक दिन उन्हें फिर हुण अगे शराब पी लई है, नशा कर लिया है। आओ हुण उहदे नाल की वापरदा है, अगली कथा बड़े प्यार सत्कार दे नाल श्रवण करिए। गुरु जी वालों बख्शे हुए गुरमंत्र दे नाल सांझ पा के कथा आरंभ करिए जी। सतनाम श्री वाहे गुरु साहिब जी, सतनाम श्री वाहे गुरु साहिब जी। जे आयस उलंघ है कित काला, करह पान मद होए न टाला। महाराज जी ने यह शर्त रख दी, कहते भाई जे कदे तू दोबारा नशा किया
ਇਹ ਮਿਰਗੀ ਅੱਜ ਤੇ ਗੁਰੂ ਦੇ ਬਚਨਾਂ ਨਾਲ ਟਲ ਗਈ ਹੈ, ਦੁਬਾਰਾ ਫਿਰ ਨਹੀਂ ਟਲੇਗੀ। ਤਬ ਮਿਰਗੀ ਹੋਵੇ ਤਨ ਆਨ, ਜਿਸ ਤੇ ਬਿਨਸ ਚਾਹੇ ਤਬ ਪ੍ਰਾਨ। ਫਿਰ ਮਿਰਗੀ ਆ ਕੇ ਤੈਨੂੰ ਫੜ ਲਏਗੀ, ਭਾਵ ਦੁਬਾਰਾ ਤੇਰਾ ਰੋਗ ਸ਼ੁਰੂ ਹੋ ਜਾਏਗਾ ਤੇ ਦੁਬਾਰਾ ਫਿਰ ਇਹ ਤੇਰੇ ਪ੍ਰਾਣ ਲੈ ਕੇ ਹੀ ਖਤਮ ਹੋਏਗਾ। ਸੁਨ ਬੰਧਨ ਕਰ ਸਦਨ ਸਿਧਾਰਾ, ਤਿਆਗ ਦੀਨ ਮਦ ਪਾਨ ਉਡਾਰਾ। ਘਰ ਆਇਆ ਮਹਾਰਾਜ ਜੀ ਤੋਂ ਬਚਨ ਲੈ ਕੇ, ਘਰ ਆ ਕੇ ਉਸਨੇ ਮਹਾਰਾਜ ਜੀ ਤੋਂ ਬਚਨ ਲਏ ਤੇ ਸ਼ਰਾਬ ਪੀਣਾ ਨਸ਼ਾ ਕਰਨਾ ਛੱਡ ਦਿੱਤਾ ਹੈ। ਰੋਗ ਮ੍ਰਿਗੀ ਕੋ ਭਇਓ ਵਿਨਾਸ਼ਾ, ਸਦਾ ਅਰੋਗੀ ਹੋਏ ਹੁਲਾਸਾ। ਪਰਮਾਤਮਾ ਦੀ ਐਸਾ ਕਿਰਪਾ ਹੋਈ, ਗੁਰੂ ਦੇ ਬਚਨ ਮੰਨੇ, ਹੌਲੀ ਹੌਲੀ ਜਿਹੜਾ ਮਿਰਗੀ ਦਾ ਰੋਗ ਹੈ ਉਸ ਦਾ ਖਤਮ ਹੋ ਗਿਆ ਹੈ। ਚਿਰਿੰ ਕਾਲ ਸੁਖ ਭੋਗਿਓ ਪੀਨਾ, ਮਨ ਕਠੋਰ ਨਹਿ ਕੀਨ ਪਤੀਨਾ। ਸ਼ਰਾਬ ਨਾਮ ਪੀਣ ਕਰਕੇ ਕਾਫੀ ਸਮੇਂ ਤੇ ਹੀ ਉਹਨੂੰ ਸੁੱਖ ਪ੍ਰਾਪਤ ਹੋਇਆ, ਪਰ ਮਨ ਜੜ ਬਣ ਚੁੱਕਿਆ ਸੀ। ਗੁਰੂ ਦੇ ਬਚਨਾਂ ਦੇ ਉੱਤੇ ਉਸ ਨੇ ਨਿਸ਼ਚਾ ਨਹੀਂ ਰੱਖਿਆ ਹੈ। ਭੂਲ ਗਇਓ ਜੜ ਹੈ ਗੁਰ ਕੇ ਬੈਨ, ਪਤਾ ਨਿਹਾਰ ਲੀਨ ਭੀ ਨੈਨ। ਕਹਿੰਦੇ ਗੁਰੂ ਦੇ ਬਚਨ, ਉਹ ਜੜ ਮਨੁੱਖ, ਮੂਰਖ ਮਨੁੱਖ ਗੁਰੂ ਦੇ ਬਚਨ, ਗੁਰੂ ਨਾਲ ਜਿਹੜੇ ਬਚਨ ਇਕਰਾਰ ਕੀਤਾ ਉਹ ਭੁੱਲ ਗਿਆ। ਉਹਦਾ ਰਿਜ਼ਲਟ ਕੀ ਨਿਕਲਿਆ ਹੈ? ਇੱਕ ਦਿਨ ਸ਼ਿਆਮ ਘਟਾ ਘੁੰਮ ਡਾਈ, ਭਈ ਠੰਡ ਬੂੰਦੈ ਬਰਖਾਈ। ਇੱਕ ਦਿਨ ਸ਼ਾਮ ਦਾ ਦਿਨ ਹੋਇਆ, ਕਹਿੰਦੇ ਬੱਦਲ ਦੀ ਘਟਾ ਇੱਕ ਚੜ੍ਹ ਕੇ ਆਈ, ਥੋੜੀਆਂ ਥੋੜੀਆਂ ਬੂੰਦਾਂ ਪੈ ਰਹੀਆਂ ਸਨ। ਚਲੈ ਬਾਯੂ ਸੁਖ ਦੇਵਨ ਹਾਰੀ, ਮਧੁਰ ਮਧੁਰ ਗਰਜਤ ਘਟਕਾਰੀ। ਥੋੜੀ ਥੋੜੀ ਹਵਾ ਚੱਲ ਰਹੀ ਸੀ ਸੁੱਖ ਦੇਣ ਵਾਲੀ। ਕਹਿੰਦੇ ਥੋੜੀ ਥੋੜੀ ਬਿਜਲੀ ਵੀ ਜਿਹੜੀ ਅਸਮਾਨ ਦੇ ਵਿੱਚ ਚਮਕ ਰਹੀ ਸੀ। ਤਬ ਹੀ ਮਦਰਾ ਲੀਨ ਮੰਗਵਾਈ, ਉਮਗਿਓ ਰਿਦਾ ਰਹਿਓ ਨਹਿ ਜਾਈ। ਉਦੋਂ ਹੀ ਫਿਰ ਉਹਨੇ ਨਾਲ ਦੇ ਨੂੰ ਕਿਹਾ ਵੀ ਜਾ ਐਵੇਂ ਕਰ, ਸ਼ਰਾਬ ਦੀ ਬੋਤਲ ਲੈ ਆ, ਇਹਨੂੰ ਬੈਠ ਕੇ ਪੀਂਦੇ ਹਾਂ, ਮੇਰੇ ਤੋਂ ਹੁਣ ਰਿਹਾ ਨਹੀਂ ਜਾ ਰਿਹਾ। ਕਰਿਓ ਪਾਨ ਮੁਖ ਨੁਕਲ ਮੰਗਾਏ, ਖਾਵਤ ਚੜਿਓ ਅਮਲ ਉਰ ਛਾਏ। ਨਾਲ ਦੀ ਨਾਲ ਪੀ ਕੇ ਅਮਲ ਜਿਹੜਾ ਹੈ ਉਹਦੇ ਦਿਮਾਗ ਨੂੰ ਚੜ੍ਹ ਗਿਆ। ਹੋਰ ਵੀ ਖਾਣ ਪੀਣ ਦੀਆਂ ਚੀਜ਼ਾਂ ਉਹਨੇ ਨਾਲ ਮੰਗਵਾਈਆਂ ਹਨ। ਜਾਏ ਅਰੂਟਿਓ ਬਹੁਰ ਅਟਾਰੀ, ਪੇਖਣ ਬਹਾਰ ਬਰਖਤੋ ਬਾਰੀ। ਜਾ ਕੇ ਪੀ ਕੇ ਸ਼ਰਾਬ ਕੋਠੇ ਤੇ ਚੜ੍ਹ ਗਿਆ, ਸੋਚਦਾ ਮੈਂ ਹੁਣ ਕੋਠੇ ਤੇ ਚੜ੍ਹ ਕੇ ਜਿਹੜਾ ਮਾਰ ਮੀਂਹ ਪੈ ਰਿਹਾ ਹੈ ਆਪਣੇ ਅੱਖਾਂ ਦੇ ਨਾਲ ਇਸ ਨੂੰ ਦੇਖ ਲਵਾਂ। ਗੁਰ ਦਿਸ ਉੱਚੇ ਕਹਿਓ ਪੁਕਾਰਾ, ਕਰ ਮਤ ਪਾਨ ਭਇਓ ਮਤਵਾਰਾ। ਕਹਿੰਦੇ ਪੀ ਕੇ ਸ਼ਰਾਬ ਉੱਚੀ ਚੜ੍ਹ ਕੇ ਗੁਰੂ ਜੀ ਵੱਲ ਵੇਖ ਕੇ ਬਚਨ ਕਰਦਾ ਹੈ, ਕਿਉਂ ਖਡੂਰ ਸਾਹਿਬ 'ਚ ਹੀ ਰਹਿੰਦਾ ਹੈ। ਮਹਾਰਾਜ ਜੀ ਵੱਲ ਵੇਖ ਕੇ ਮਤੀ ਦਾ ਖਤਮ ਹੋ ਗਈ, ਜਿਹਦੀ ਮਤੀ ਗੁਰੂ ਜੀ ਵੱਲ ਵੇਖ ਕੇ ਉੱਚੀ ਉੱਚੀ ਬੋਲ ਕਹਿ ਰਿਹਾ ਹੈ। ਤਪਾ ਹਟਾਇਓ ਹੁਕਮ ਤੁਮਾਰਾ, ਬੂੰਦੈ ਬਰਕਤ ਬੜੀ ਆਹਾਰਾ। ਕਹਿੰਦੇ ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਤਪਾ ਜੀ ਵੇਖੋ ਮੈਂ ਤੁਹਾਡਾ ਹੁਕਮ ਢਾ ਦਿੱਤਾ ਹੈ, ਮੈਂ ਹੁਣ ਪੀਣ ਲੱਗ ਪਿਆ ਹਾਂ, ਕਿਉਂਕਿ ਬਾਹਰ ਬੜੀ ਬਾਰਿਸ਼ ਪੈ ਰਹੀ ਹੈ। ਰਹਿਓ ਨਾ ਜਾਹੇ ਮੋਹਿ ਤੇ ਕੈਸੇ, ਪਾਵਤ ਅੰਤ ਪ੍ਰਮੋਦ ਮੈਂ ਐਸੇ। ਕਹਿੰਦੇ ਮੇਥੋਂ ਇਹ ਮੌਸਮ ਵੇਖ ਕੇ ਰਿਹਾ ਨਹੀਂ ਗਿਆ, ਹੁਣ ਮੇਰੇ ਦਿਲ ਦੇ ਵਿੱਚ ਆ ਪੀਣ ਕਰਕੇ ਬੜਾ ਆਨੰਦ ਵਾਪਰ ਰਿਹਾ ਹੈ। ਸ਼੍ਰੀ ਅੰਗਦ ਸੁਨ ਬਿਕਸੇ ਤਬੈ, ਕਹਿਓ ਸੁਚੇਤ ਹੋ ਤੂੰ ਰਬੈ। ਮਹਾਰਾਜ ਜੀ ਕਹਿੰਦੇ ਭਾਈ ਸਾਡੇ ਵੱਲ ਨਾ ਵੇਖ, ਹੁਣ ਸੁਚੇਤ ਹੋ ਜਾ। ਤੈਨੂੰ ਕਿਹਾ ਸੀ ਜਿੱਦਣ ਹੁਕਮ ਗੁਰੂ ਦਾ ਟਾਲ ਦੇਗਾ ਉਦਣ ਹੀ ਤੇਰੇ ਤੇ ਇਹਨੇ ਆ ਪੈਣਾ, ਕਿਉਂਕਿ ਗੁਰੂ ਪੀਰ ਦਾ ਹੁਕਮ ਜਾਂ ਤੇ ਉਹਦੇ ਨਾਲ ਬਚਨ ਕਰੇ ਨਾ, ਜੇ ਬਚਨ ਕਰ ਲੇ ਤੇ ਫਿਰ ਪੁਗਾਏ। ਕੰਮ ਦੋ ਹੀ ਨੇ, ਜਾਂ ਤੇ ਕਿਸੇ ਨਾਲ ਬਚਨ ਕਰੇ ਹੀ ਨਾ, ਜੇ ਕਰ ਲੇ ਇਕਰਾਰ ਫਿਰ ਉਹਨੂੰ ਪੁਗਾਏ। ਪੁਗਾਉਣ ਦੇ ਵਿੱਚ ਬਹੁਤ ਆਨੰਦ ਹੈ, ਹਟਾਉਣ ਦੇ ਵਿੱਚ ਬੜੇ ਨਰਕ ਨੇ। ਜਿਵੇਂ ਗੁਰੂ ਦੇ ਨਾਲ ਸਿੱਖ ਇਕਰਾਰ ਕਰਦਾ ਹੈ,
ਗੁਰੂ ਜੀ ਅੱਜ ਤੋਂ ਮੈਂ ਤੁਹਾਡਾ ਸਿੱਖ ਹੋਇਆ, ਤੁਹਾਡੀਆਂ ਗੱਲਾਂ ਮੰਨਾਂਗਾ, ਇਕਰਾਰ ਕਰੇ, ਫਿਰ ਸੁੱਖ ਹੀ ਸੁੱਖ ਹੈ ਸਾਰੀ ਜ਼ਿੰਦਗੀ 'ਚ। ਆਨੰਦ ਹੀ ਆਨੰਦ ਹੈ, ਜ਼ਿੰਦਗੀ ਆਨੰਦਮਈ ਹੋ ਜਾਏਗੀ, ਮਨ ਸ਼ਾਂਤ ਹੋ ਜਾਏਗਾ। ਪਰ ਜੇ ਗੁਰੂ ਦੇ ਬਚਨ ਨਹੀਂ ਮੰਨਦਾ, ਫਿਰ ਮਨੁੱਖ ਦੇ ਮਨ ਦੇ ਅੰਦਰ ਹਮੇਸ਼ਾ ਕਲੇਸ਼ ਹੀ ਰਹਿੰਦੇ ਨੇ। ਉਹ ਜਿਹੜੇ ਕਲੇਸ਼ ਪਹਿਲਾਂ ਅੰਦਰ ਰਹਿੰਦੇ ਨੇ, ਹੌਲੀ ਹੌਲੀ ਫਿਰ ਸਰੀਰ ਤੋਂ ਬਾਹਰ ਆਉਂਦੇ ਨੇ। ਇਹ ਜਿੰਨੇ ਵੀ ਬਾਹਰੀ ਪਦਾਰਥ ਨੇ, ਐਸੀ ਗੱਲ ਨਹੀਂ ਇਹਨਾਂ ਵਿੱਚ ਸੁੱਖ ਨਹੀਂ ਹੈ, ਸੁੱਖ ਤੇ ਹੈ। ਕੋਈ ਮਨੁੱਖ ਨਸ਼ਾ ਕਰਦਾ, ਉਹਨੂੰ 5-4 ਘੰਟੇ ਦੇ ਸੁਰਤ ਰਹਿੰਦਾ ਹੈ, ਉਹਨੂੰ ਤਾਂ ਲੱਗਦਾ 5-4 ਘੰਟੇ ਤੇ ਬੜਾ ਸੁੱਖ ਹੈ, 5-7 ਘੰਟੇ ਦੇ ਆਨੰਦ 'ਚ ਰਹਿੰਦਾ। ਪਰ ਜਿਵੇਂ ਹੀ 7 ਘੰਟੇ ਖਤਮ ਹੋਣਗੇ, ਫਿਰ ਉਹੀ ਕਲੇਸ਼ ਆ ਘੇਰ ਲੈਣਗੇ। ਮਹਾਰਾਜ ਦੀ ਬਾਣੀ ਕਹਿੰਦੀ ਇਹ ਕੋਈ ਤਰੀਕਾ ਨਹੀਂ ਹੈ ਕਲੇਸ਼ਾਂ ਨੂੰ ਹਟਾਉਣ ਦਾ, ਕਿਉਂਕਿ ਮਨੁੱਖ ਨਸ਼ਾ ਕਰਦਾ ਵੀ ਤਾਂ ਹੀ ਹੈ ਜਦੋਂ ਉਹਨੂੰ ਅੰਦਰੋਂ ਕੋਈ ਆਘਾਤ ਪਹੁੰਚਦਾ, ਕਿਸੇ ਸੰਬੰਧੀ ਵੱਲੋਂ, ਕਿਸੇ ਸਮਾਜਿਕ ਬੰਦੇ ਵੱਲੋਂ। ਆਪਣੀਆਂ ਮੁਸ਼ਕਲਾਂ ਨੂੰ ਭੁਲਾਉਣ ਵਾਸਤੇ ਮਨੁੱਖ ਨਸ਼ੇ ਦਾ ਸਹਾਰਾ ਲੈਂਦਾ। ਉਹ ਇਹ ਨਹੀਂ ਜਾਣਦਾ ਜਿਹਦਾ ਮੈਂ ਸਹਾਰਾ ਫੜ ਰਿਹਾ, ਇਸ ਸਹਾਰੇ ਨੇ ਇੱਕ ਦਿਨ ਮੈਨੂੰ ਡੇਗ ਦੇਣਾ। ਜਿਵੇਂ ਕਿਸੇ ਸੋਟੀ 'ਤੇ ਬੰਦਾ ਬੁਢੇਪੇ 'ਚ ਸੋਟੀ ਦੇ ਸਹਾਰੇ ਚੱਲਦਾ ਹੈ, ਉਹਨੂੰ ਇਹ ਨਹੀਂ ਪਤਾ ਇੱਕ ਦਿਨ ਇਹ ਸੋਟੀ ਨੇ ਟੇਢੀ ਹੋ ਕੇ ਮੇਰਾ ਮੂੰਹ ਤੋੜ ਦੇਣਾ ਇੱਕ ਦਿਨ। ਜਿਵੇਂ ਸ਼ਰਾਬ ਪੀਂਦਾ ਗਿਆ, ਅੰਦਰ ਲੀਵਰ ਖਤਮ ਹੋ ਗਿਆ, ਹੌਲੀ ਹੌਲੀ ਸਰੀਰ ਖਤਮ ਹੋ ਗਿਆ। ਇਸ ਕਰਕੇ ਜੇ ਮਨੁੱਖ ਦੁੱਖਾਂ ਤੋਂ ਹੀ ਛੁਟਕਾਰਾ ਲੈਣਾ ਚਾਹੁੰਦਾ ਹੈ, ਫਿਰ ਐਸੇ ਨਸ਼ੇ ਦਾ ਕਿਉਂ ਲਏ। ਬਾਣੀ ਕਹਿੰਦੀ ਜੇ ਨਸ਼ਾ ਹੀ ਕਰਨਾ ਹੈ, ਫਿਰ ਗੁਰੂ ਦੇ ਨਾਮ ਦਾ ਕਰੇ। ਵਾਹਿਗੁਰੂ ਵਾਹਿਗੁਰੂ ਰਾਮ ਰਾਮ ਇਹ ਮੰਤਰ ਜਪੇ, 24 ਘੰਟੇ ਇਸ ਨਸ਼ੇ 'ਚ ਰਹੇ। ਇਹ ਨਸ਼ਾ ਫਿਰ ਅੰਦਰੋਂ ਮਨੁੱਖ ਦੇ ਗਿਆਨ ਪ੍ਰਗਟ ਕਰ ਦਿੰਦਾ ਹੈ, ਇਹਨੂੰ ਸੋਝੀ ਦਿੰਦਾ ਹੈ। ਉਹ ਵਾਲਾ ਨਸ਼ਾ ਕੀਤਿਆਂ ਮਨੁੱਖ ਦੀ ਸਾਰੀ ਬੁੱਧੀ ਖੋਹ ਲੈਂਦਾ ਹੈ। ਗੁਰੂ ਦੇ ਨਾਮ ਦਾ ਨਸ਼ਾ ਕੀਤਿਆਂ ਬੁੱਧੀ ਦੇ ਦਿੰਦਾ ਹੈ, ਸੱਚਾਈ ਦੀ ਮੱਤ ਉਜਲ ਹੋ ਜਾਂਦੀ ਹੈ। ਇਸ ਕਰਕੇ ਇਹ ਜਿਹੜਾ ਹੰਕਾਰੀ ਮਨੁੱਖ ਬਣ ਗਿਆ, ਮਹਾਰਾਜ ਨੂੰ ਕਹਿੰਦਾ ਮਹਾਰਾਜ ਆਹ ਵੇਖੋ ਤੁਹਾਡੇ ਹੁਕਮ ਨੂੰ ਹਟਾ ਕੇ ਅੱਜ ਫਿਰ ਮੈਂ ਸ਼ਰਾਬ ਨੂੰ ਪੀ ਲਿਆ ਹੈ। ਛੁੱਟ ਮਿਰਗੀ ਆਈ ਦਿਸ ਤੋਹੇ, ਹੁਕਮ ਹਟਾਵਣ ਕੀ ਨਸ ਮੋਹੇ। ਮਹਾਰਾਜ ਕਹਿੰਦੇ ਭਾਈ ਹੁਣ ਸੁਚੇਤ ਹੋ ਜਾ, ਤੂੰ ਹੁਕਮ ਨੂੰ ਤੋੜਿਆ, ਬਸ ਤੈਨੂੰ ਮਿਰਗੀ ਹੁਣ ਲੱਗਣੀ ਵਾਲੀ ਹੈ। ਬਾਂਦੀ ਹੁਤੀ ਹੁਕਮ ਕੀ ਇਹੀ, ਹੁਕਮ ਨ ਰਹੋ ਟਿਕੈ ਕਬ ਕੇਹੀ। ਕਹਿੰਦੇ ਇਹ ਜਿਹੜੀ ਵੱਜੀ ਹੋਈ ਸੀ, ਇਹ ਹੁਕਮ ਦੀ ਵੱਜੀ ਸੀ, ਕਿਉਂਕਿ ਜੋ ਵੀ ਵਾਕ ਕੋਈ ਨਾਮ ਜਪਣ ਵਾਲਾ ਆਪਣੇ ਮੁਖੋਂ ਕਹਿੰਦਾ ਹੈ, ਉਹ 7 ਵਾਕ ਹੋ ਜਾਂਦਾ ਹੈ। ਪਹਿਲੀ ਗੱਲ ਤੇ ਉਹ ਵਾਕ ਬੋਲਦਾ ਹੀ ਨਹੀਂ, ਜੇ ਬੋਲ ਦੇਵੇ ਫਿਰ 7 ਹੀ ਹੁੰਦਾ, ਸੱਚ ਤੋਂ ਬਿਨਾਂ ਨਹੀਂ। ਇਹ ਬ੍ਰਹਮ ਗਿਆਨੀ ਮਨੁੱਖ ਦੀ ਪਛਾਣ ਹੈ। ਪਹਿਲੀ ਗੱਲ ਤੇ ਆਪਣੇ ਮੁਖ ਤੋਂ ਉਹ ਕਿਸੇ ਨੂੰ ਬਚਨ ਕਰਦਾ ਹੀ ਨਹੀਂ। ਜੇ ਬਚਨ ਕਰ ਦੇਵੇ ਫਿਰ ਐਸੀ ਸ਼ਿਕਾਇਤ ਨਹੀਂ ਮਿਲੇਗੀ ਵੀ 25 ਦੇ ਪੂਰੇ ਹੋਏ 25 ਦੇ ਨਹੀਂ, ਐਸਾ ਨਹੀਂ ਹੋਏਗਾ। ਜੇ 10 ਨੂੰ ਉਹਨੇ ਕੋਈ ਬਚਨ ਕਰ ਦਿੱਤਾ ਹੈ, ਇੱਕ ਵੀ ਐਸਾ ਨਹੀਂ, ਉਹ ਬਚਨ ਫਿਰ ਵਿਚਦੀ ਜਾਂਦਾ ਨਾਮ ਜਪਣ ਵਾਲੇ ਦੇ। ਤੇ ਨਾਮ ਜਪਣ ਵਾਲਾ ਕੋਈ ਵੀ ਬਣ ਸਕਦਾ ਹੈ। ਜਿੰਨੇ ਸਤਸੰਗੀ ਆਪ ਜੀ ਜੁੜ ਬੈਠੇ ਹੋ, ਜਪਣਾ ਹੀ ਹੈ। ਕੋਈ ਵੀ ਜਪੇ। ਕਹਿੰਦੇ ਆਮ ਪੁਰਾਣੇ ਸਮੇਂ 'ਚ ਕਿਹਾ ਜਾਂਦੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਕਹਿੰਦੇ ਮਨ ਨੂੰ ਇੱਧਰੋਂ ਪੁੱਟ ਕੇ ਇੱਧਰ ਲਾ ਦੇ, ਰੱਬ ਮਿਲ ਜਾਏਗਾ। ਮਨ ਦੁਨੀਆ ਵਾਲੇ ਬੰਨੇ ਲੱਗਿਆ, ਦੁਨੀਆ ਕਿੰਨੀ ਮਿਲ ਗਈ ਹੈ, ਸਕੇ ਸੰਬੰਧੀ ਮਿਲ ਗਏ ਨੇ, ਧਨ ਪਦਾਰਥ ਮਿਲ ਗਏ, ਘਰ ਮਿਲ ਗਏ, ਗੱਡੀਆਂ ਮੋਟਰਾਂ ਮਿਲ ਗਿਆ, ਸਾਰਾ ਕੁਝ ਦੁਨੀਆ ਵਾਲੇ ਬੰਨੇ ਲਾਇਆ। ਜਿੱਦਣ ਪਰਮੇਸ਼ਰ ਦੇ ਬੰਨੇ ਲੱਗੇਗਾ, ਪਰਮੇਸ਼ਰ ਮਿਲ ਜਾਏਗਾ। ਪਰ ਆਮ ਫਿਰ ਸਿਆਣੇ ਮਨੁੱਖ ਕਿਹਾ ਕਰਦੇ ਸੀ, ਇੱਧਰੋਂ ਪੁੱਟਣਾ ਕਿਹੜਾ, ਇਹ ਸੌਖਾ ਹੀ ਹੈ। ਇਹ ਪੁੱਟਣਾ ਬੜਾ ਔਖਾ ਹੈ, ਦੁਨੀਆ ਵਾਲੇ ਬੰਨੋਂ ਲੱਗਦਾ ਬੜੀ ਔਖੀ ਤਰੀਕੇ। ਮਹਾਰਾਜ ਕਹਿੰਦੇ ਭਾਈ ਇਹ ਹੁਕਮ ਦੀ ਬੱਝੀ ਸੀ, ਇਹ ਬਚਨ ਦੀ ਬੱਝੀ ਹੋਈ ਸੀ ਮਿਰਗੀ ਬਿਮਾਰੀ। ਤੂੰ ਹੁਣ ਬਚਨ ਹਟਾ ਲਿਆ ਹੈ, ਮਿਰਗੀ ਵੀ ਮੇਰੇ ਹੱਥੋਂ ਛੁੱਟ ਗਈ ਹੈ। ਤਤ ਛਿਨ ਉੱਟੀ ਚੌਧਰੀ ਜਾਏ,
ਗਿਰਿਓ ਅਟਾਰੀ ਤੇ ਉਤਲਾਏ। ਉਹਨੂੰ ਨਾਲ ਦੀ ਨਾਲ ਜਾ ਕੇ ਮਿਰਗੀ ਛਿੜੀ, ਉੱਤੇ ਕੋਠੇ ਤੇ ਖੜਾ ਹੀ ਸੀ, ਉੱਤੋਂ ਹੀ ਸਿੱਧਾ ਥੱਲੇ ਆ ਕੇ ਡਿੱਗਾ ਹੈ। ਸੀਸ ਧਰਾ ਪਰ ਲਾਗਿਓ ਜਬੈ, ਫੂਟਿਓ ਨਿਕਸ ਮੀਜ ਤਿਹ ਤਬੈ। ਧਰਤੀ ਤੇ ਆ ਕੇ ਸਿਰ ਵੱਜਿਆ, ਸਿਰ ਫਟ ਗਿਆ ਤੇ ਸਿਰ ਦੇ ਵਿੱਚੋਂ ਜਿਹੜੀ ਮਿੱਝ ਹੈ ਉਹ ਬਾਹਰ ਨਿਕਲ ਗਈ ਹੈ। ਤਤ ਛਿਨ ਮਰਿਓ ਮੁਕਤ ਦੁਖ ਪਾਏ, ਲਿਓ ਸੰਬੰਧਨ ਦਿਓ ਜਲਾਏ। ਐਵੇਂ ਫਿਰ ਉਹ ਜਿਹੜਾ ਮੁਗਧ ਮਨੁੱਖ ਹੈ, ਮੂਰਖ ਮਨੁੱਖ ਹੈ, ਐਵੇਂ ਕਰਕੇ ਫਿਰ ਮਰ ਗਿਆ। ਗੁਰੂ ਦੇ ਬਚਨਾਂ ਤੋਂ ਭੱਜਿਆ, ਸੰਬੰਧੀਆਂ ਨੇ ਫੜ ਕੇ ਉਹਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਹੈ। ਸੋਰਠਾ ਸਤਿਗੁਰ ਸੋ ਉਪਹਾਸ ਕਰੇ, ਗਰਭ ਧਰ ਮੂੰਡ ਮਤ। ਕਹਿੰਦੇ ਉਹ ਮੂਰਖ ਹੁੰਦਾ ਹੈ ਮਨੁੱਖ ਜਿਹੜਾ ਗੁਰੂ ਦੇ ਨਾਲ ਮਖੌਲਾਂ ਕਰੇ। ਕਿਸੇ ਪੀਰ ਦੇ ਨਾਲ, ਪੈਗੰਬਰ ਨਾਲ ਕਦੀ ਮਖੌਲ ਨਹੀਂ ਕਰਨਾ ਚਾਹੀਦਾ। ਬਾਣੀ ਦੇ ਵਿੱਚ ਨਾ ਇੱਕ ਸ਼ਬਦ ਆਉਂਦਾ ਹੈ, ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਕ੍ਰਿਸ਼ਨ ਜੀ ਦੀ ਕੁੱਲ ਸੀ ਯਾਦਵਾਂ ਦੀ ਕੁੱਲ, ਬੜੀ ਉੱਚੀ ਕੁੱਲ ਸੀ। ਕਹਿੰਦੇ ਦੁਰਭਾਸ਼ਾ ਰੀਸੀ ਬੈਠਾ ਹੈ, ਜਾਦਵਾਂ ਦੇ ਬੱਚੇ ਨਾ ਉੱਥੇ ਉਹ ਭਗਤੀ ਕਰਦਾ ਸੀ, ਜੰਗਲ 'ਚ ਕੋਲੀ ਖੇਡਦੇ ਹੁੰਦੇ ਸੀ। ਇੱਕ ਦਿਨ ਜਾਦਵਾਂ ਦੇ ਬੱਚਿਆਂ ਨੇ ਨਾ ਆਪਣੇ ਪੇਟ ਦੇ ਉੱਤੇ ਦਾਬੜਾ ਬੰਨ੍ਹ ਕੇ ਤੇ ਇੱਕ ਲੜਕੇ ਨੂੰ ਚੁੰਨੀ ਉੱਤੇ ਦੇ ਕੇ ਤੇ ਦੁਰਭਾਸ਼ਾ ਜੀ ਕੋਲ ਭੇਜਿਆ। ਕਹਿੰਦੇ ਦੁਰਭਾਸ਼ਾ ਜੀ ਇਹ ਦੱਸੋ ਇਹਦੀ ਕੁੱਖੋਂ ਕੌਣ ਪੈਦਾ ਹੋਏਗਾ। ਦੁਰਭਾਸ਼ਾ ਰੀਸੀ ਕਹਿੰਦਾ ਬੱਚਿਓ ਅਣਜਾਣ ਹੋ, ਮਜ਼ਾਕ ਨਹੀਂ ਕਰੀਦਾ, ਆ ਜਾਓ ਬੇਟੋ ਖੇਡੋ, ਆਪਣਾ ਕੰਮ ਕਰੋ, ਮੁੜੇ ਨਾ। ਦੂਜੀ ਵਾਰੀ ਫੇਰ ਆਏ, ਕਹਿੰਦੇ ਦੁਰਭਾਸ਼ਾ ਜੀ ਰੀਸੀ ਜੀ ਇਹਦੇ ਢਿੱਡੋਂ ਕੌਣ ਪੈਦਾ ਹੋਏਗਾ। ਕਹਿੰਦੇ ਬੇਟਾ ਜਾਓ, ਮਜ਼ਾਕ ਨਹੀਂ ਕਰੀਦਾ, ਜਾਓ ਖੇਡੋ, ਬੱਚਿਆਂ ਦਾ ਕੰਮ ਖੇਡਣਾ ਹੁੰਦਾ। ਤੀਜੀ ਵਾਰੀ ਫੇਰ ਆਏ, ਕਹਿੰਦੇ ਕੌਣ ਪੈਦਾ ਹੋਏਗਾ। ਨਾਲੋਂ ਨਾਲ ਵਾਕ ਦੁਰਭਾਸ਼ਾ, ਬਾਣੀ ਦਾ ਵਚਨ ਹੈ, ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵੇ ਫਲ ਪਾਏ। ਕਹਿੰਦੇ ਜਾਓ ਇਹਦੇ ਢਿੱਡੋਂ ਉਹ ਜੰਮੇਗਾ ਜਿਹੜਾ ਜਾਦਵਾਂ ਦੀ ਕੁੱਲ ਹੀ ਖਤਮ ਕਰ ਦੇਗਾ, ਰਹੇਗਾ ਨਹੀਂ ਜਾਦਵ ਕੋਈ ਦੁਨੀਆ ਦੇ। ਇਹ ਗੱਲ ਜਦੋਂ ਜਾ ਕੇ ਉਹਨਾਂ ਕ੍ਰਿਸ਼ਨ ਜੀ ਨੂੰ ਦੱਸੀ ਵੀ ਅਸੀਂ ਤੇ ਮਜ਼ਾਕ ਕਰਦੇ ਸੀ ਤੇ ਉਹਨਾਂ ਇਹ ਵਚਨ ਕਰ ਦਿੱਤਾ ਹੈ। ਉਹ ਕਹਿਣ ਲੱਗੇ ਭਾਈ ਹੁਣ ਵਚਨ ਤੇ ਨਹੀਂ ਵਾਪਸ ਮੁੜਨਾ, ਜੋ ਵਚਨ ਹੋ ਗਿਆ ਹੋ ਗਿਆ। ਸਾਧੂ ਬੋਲੇ ਸਹਿ ਸਵਾਏ, ਸਹਜ ਸੁਭਾਏ, ਸਾਧਕਾ ਬੋਲਿਆ ਬਿਰਥਾ ਰਹਿ ਗਿਆ। ਨਾਮ ਜਪਣ ਵਾਲਾ ਪਹਿਲਾਂ ਤੇ ਬੋਲਦਾ ਹੀ ਬੜੀ ਮੁਸ਼ਕਲ ਨਾਲ ਹੈ। ਭਾਵ ਉਵੇਂ ਦੇ ਭਾਵੇਂ ਦੁਨੀਆ ਦੇ ਸਾਰੇ ਕਾਰ ਵਿਹਾਰ ਕਰੇ, ਪਰ ਦਿਲੋਂ ਜਿਹੜਾ ਉਹਨੇ ਕਿਸੇ ਨੂੰ ਵਚਨ ਕਹਿਣਾ ਉਹ ਬੋਲਦਾ ਹੀ ਬੜੀ ਮੁਸ਼ਕਲ ਨਾਲ ਹੈ। ਜੇ ਬੋਲ ਦੇਵੇ ਤੇ ਫਿਰ ਰੁਕਦਾ ਨਹੀਂ। ਕਹਿੰਦੇ ਇਹ ਫਲ ਪਾਏ ਕ੍ਰਿਸ਼ਨ ਜੀ। ਕਹਿੰਦੇ ਐਵੇਂ ਕਰੋ, ਇਹ ਜਿਹੜਾ ਦਾਬੜਾ ਹੈ ਨਾ ਤੁਸੀਂ ਇਹਨੂੰ ਰਗੜ ਰਗੜ ਕੇ ਇਹਨੂੰ ਖਤਮ ਕਰ ਦਿਓ, ਤਾਂ ਇਹ ਵਾਗ ਖਤਮ ਹੋ ਸਕਦਾ ਹੈ। ਇਹ ਜੇ ਦਾਬੜਾ ਨਾ ਖਤਮ ਹੋਇਆ, ਜਿਹੜਾ ਤਸਲਾ ਤੁਸੀਂ ਲਈ ਫਿਰਦੇ ਹੋ, ਇਹ ਨਾ ਖਤਮ ਹੋਇਆ ਤੇ ਇਹਨੇ ਵਾਕਿਆ 'ਚ ਸਾਡੀ ਕੁੱਲ ਜਾਲ ਦੇਣੀ। ਉਹਨਾਂ ਰਗੜ ਕੇ ਉਹ ਜਿੱਥੇ ਰਗੜਿਆ ਉੱਥੇ ਫਿਰ ਦੱਬ ਪੈਦਾ ਹੋ ਗਈ, ਆਮ ਝਾੜ ਪੈਦਾ ਹੋ ਗਏ। ਥੋੜ੍ਹਾ ਜਿਹਾ ਰਹਿ ਗਿਆ, ਉਹਨਾਂ ਕੀ ਕੀਤਾ, ਜਾ ਕੇ ਉਹ ਸਮੁੰਦਰ 'ਚ ਉੱਥੇ ਜਿਹੜੀ ਦਰਿਆ ਵਗਦਾ ਉਹ ਸੁੱਟ ਦਿੱਤਾ। ਉਹ ਜਿਹੜਾ ਹੈ ਇੱਕ ਮੱਛੀ ਨੇ ਖਾ ਲਿਆ। ਇੱਕ ਮਛੁਆਰੇ ਨੇ ਮੱਛੀ ਨੂੰ ਫੜਿਆ, ਮੱਛੀ ਨੂੰ ਫੜ ਕੇ ਆਪਣੇ ਬੱਧਕ ਨੇ ਲੈ ਗਿਆ ਆਪਣੇ ਘਰ। ਉਹਦੇ ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ। ਉਹਨੇ ਕੀ ਕੀਤਾ, ਆਪਣੇ ਤੀਰ ਦੇ ਅੱਗੇ ਲਾ ਲਿਆ। ਕਹਿੰਦੀ ਪਹਿਲੀ ਗੱਲ ਤੇ ਜਿਹੜੀ ਦੱਬ ਪੈਦਾ ਹੋਈ, ਇੱਕ ਦਿਨ ਜਾਦਵਾਂ ਨੇ ਸ਼ਰਾਬ ਪੀਤੀ ਆਪਸ, ਦੋਵਾਂ ਬੰਨਿਆਂ ਨੇ, ਹੋਰ ਤੇ ਕੁਛ ਲੱਭਿਆ ਨਹੀਂ, ਉਹ ਦੱਬ ਹੀ ਪੱਟ ਲਈ, ਕਿਉਂਕਿ ਬਚਨ ਸੀ ਇਹਦੇ ਨਾਲ। ਹੁਣ ਜਿਹੜਾ ਪਾਣੀ ਨਾਲ ਉੱਥੇ ਦੱਬ ਪੈਦਾ ਹੋਈ, ਇੱਕ ਦੂਜੇ ਨੂੰ ਮਾਰ ਕੇ ਜਾਦਵ ਖਤਮ ਹੋ ਗਏ, ਰਹਿ ਗਏ ਕ੍ਰਿਸ਼ਨ ਜੀ। ਇਹ ਕ੍ਰਿਸ਼ਨ ਜੀ ਥੱਲੇ ਪਏ ਸਨ ਦਰਖਤ ਦੇ, ਤੇ ਕਹਿੰਦੇ ਅੱਗੇ ਉਹਨੇ ਸ਼ਿਕਾਰੀ ਨੇ ਲਾਇਆ, ਉਹਨੂੰ ਕ੍ਰਿਸ਼ਨ ਜੀ ਦੇ ਪੈਰ 'ਚ ਸੁਣਿਆ ਜਾਂਦਾ ਪਦਮ ਸੀ, ਉਹ ਚਮਕ ਰਿਹਾ ਸੀ ਦੂਰੋਂ। ਉਹਨੇ ਸੋਚਿਆ ਕਿਤੇ ਹਿਰਨ ਦੀ ਅੱਖ ਹੈ, ਚਮਕਦੀ ਹੈ ਹਿਰਨ ਦੀ ਅੱਖ ਵੀ। ਦੂਰੋਂ ਨਿਸ਼ਾਨਾ ਮਾਰਿਆ, ਜਾ ਕੇ ਕ੍ਰਿਸ਼ਨ ਜੀ ਦੇ ਪੈਰ ਵੱਜਿਆ ਤੇ ਖੂਨ ਰੁਕੇ ਹੀ ਨਾ। ਉਹ ਜਦੋਂ ਕੋਲ ਗਿਆ, ਬੱਧਕ ਬੜਾ ਰੋਇਆ, ਕਹਿੰਦੇ ਮੈਨੂੰ ਨਹੀਂ ਸੀ ਪਤਾ ਤੁਸੀਂ ਹੋ, ਮੈਂ ਤਾਂ ਹਿਰਨ ਸਮਝਿਆ ਸੀ। ਕ੍ਰਿਸ਼ਨ ਜੀ ਕਹਿੰਦੇ ਤੇਰਾ ਕਸੂਰ ਨਹੀਂ,
ਇਹ ਵਾਪਰਨਾ ਹੀ ਹੈ। ਇਹ ਗੱਲ ਕਹਿ ਰਹੇ ਨੇ ਮਹਾਰਾਜ ਜੀ, ਕਹਿੰਦੇ ਅਸਲ ਦੇ ਵਿੱਚ ਜਾਂ ਤੇ ਗੁਰੂ ਦੇ ਸਨਮੁਖ ਖੜੇ ਹੋ ਕੇ ਬਚਨ ਕਰੇ ਹੀ ਨਾ, ਜੇ ਬਚਨ ਕਰ ਲਿਆ ਫਿਰ ਬਚਨ ਨੂੰ ਪਗਾਉਣਾ ਚਾਹੀਦਾ। ਉਹ ਚੌਧਰੀ ਨੇ ਬਚਨ ਮੰਨਿਆ ਨਹੀਂ, ਪਗਾਇਆ ਨਹੀਂ, ਪਹਿਲਾਂ ਗੁਰੂ ਤੋਂ ਬਚਨ ਕਰਾ ਲਿਆ ਮੈਂ ਦੁਬਾਰਾ ਸ਼ਰਾਬ ਨਹੀਂ ਪੀਵਾਂਗਾ, ਅਟਾਰੀ ਤੇ ਚੜਿਆ ਤੇ ਗੁਰੂ ਵੱਲ ਮਖੌਲ ਕਰਕੇ ਕਹਿੰਦਾ ਮੈਂ ਅੱਜ ਫੇਰ ਪੀ ਲਈ ਹੈ। ਮਾਰ ਕਹਿੰਦੇ ਮਿਰਗੀ ਹੁਣ ਉੱਠੇਗੀ, ਮਰਿਆ ਹੀ ਲੈ। ਇਸ ਕਰਕੇ ਕਹਿੰਦੇ ਨੇ ਗੁਰੂ ਦੇ ਸਨਮੁਖ ਜੋ ਵੀ ਮਨੁੱਖ ਸੁਖਣਾ ਕਰੇ, ਜੋ ਵੀ ਬਚਨ ਕਰੇ, ਉਸ ਫਿਰ ਬਚਨ ਨੂੰ ਪਗਾਉਣਾ ਚਾਹੀਦਾ ਹੈ। ਤਤ ਛਿਨ ਹੋਏ ਵਿਨਾਸ਼ ਪਰਹੇ, ਨਰਕ ਮਰ ਕੈ ਅਗਤ। ਇਸ ਕਰਕੇ ਜੇ ਮਨੁੱਖ ਗੁਰੂ ਦੇ ਬਚਨ ਨੂੰ ਨਾ ਮੰਨੇ, ਤਤ ਛਿਨ ਹੀ ਉਹਦਾ ਵਿਨਾਸ਼ ਹੋ ਜਾਂਦਾ ਹੈ, ਨਾਲੋਂ ਨਾਲ ਹੀ ਮਰ ਜਾਂਦਾ ਹੈ, ਬਿਨਾਂ ਗਤੀ ਤੋਂ ਨਰਕਾਂ ਵਿੱਚ ਧੱਕੇ ਖਾਂਦਾ ਰਹਿੰਦਾ ਹੈ। ਜੋ ਪਈ ਇੱਕ ਸੇਵਕ ਸੰਗਤ ਕੇ ਮਾਹੇ, ਕਹਿਓ ਨਾ ਮਾਨੇ ਸੇਵਹਿ ਨਾਹੇ। ਇੱਕ ਨਾ ਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਇੱਕ ਸੇਵਕ ਰਹਿੰਦਾ ਸੀ, ਨਾ ਤੇ ਉਹ ਸੇਵਾ ਕਰਦਾ ਸੀ ਤੇ ਨਾ ਕਿਸੇ ਦੀ ਗੱਲ ਮੰਨਿਆ ਕਰਦਾ ਸੀ। ਕਿਸ ਕੇ ਕਹੇ ਟਲੇ ਨਹਿ ਕਰੇ, ਚਿਰੰਕਾਲ ਤਿਨ ਅਸ ਬੁੱਧ ਧਰੇ। ਕਿਸੇ ਦੇ ਵੀ ਕਹਿਣ ਤੇ ਸੇਵਾ ਨਾ ਕਰੇ, ਬੜੇ ਸਮੇਂ ਤੋਂ ਐਸੀ ਮਤ ਉਹਨੇ ਧਾਰਨ ਕੀਤੀ ਹੋਈ ਸੀ। ਜੋ ਗੁਰ ਕਹੈ ਕਾਜ ਸੋ ਕਰਹੁ, ਆਨ ਬਾਕ ਕੋ ਕਾਨ ਨ ਧਰਹੁ। ਨਾਲੇ ਪਤਾ ਵੀ ਕੀ ਕਹਿੰਦਾ, ਕਹਿੰਦਾ ਭਾਈ ਮੈਂ ਕਿਸੇ ਸਿੱਖ ਦੀ ਗੱਲ ਨਹੀਂ ਮੰਨਣੀ, ਜੇ ਮੈਨੂੰ ਗੁਰੂ ਕਹੇਗਾ ਤਾਂ ਮੈਂ ਸੇਵਾ ਕਰਾਂਗਾ, ਵੈਸੇ ਮੈਂ ਸੇਵਾ ਨਹੀਂ ਕਰਨੀ। ਚਿਰੰਕਾਲ ਬੀਤਿਓ ਤੈ ਰਹੇ, ਇੱਕ ਦਿਨ ਸ੍ਰੀ ਬੁੱਢੇ ਬਚ ਕਹੇ। ਬੜੇ ਸਮੇਂ ਖਡੂਰ ਸਾਹਿਬ ਵਿੱਚ ਘੁੰਮਦਾ ਰਿਹਾ। ਇੱਕ ਦਿਨ ਭਾਈ ਬਾਬਾ ਬੁੱਢਾ ਜੀ ਨੇ ਉਹਨੂੰ ਬਚਨ ਕਿਹਾ ਹੈ, ਗੁਰ ਸੰਗਤ ਮੈਂ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਤਾਵਨ। ਬਾਬਾ ਬੁੱਢਾ ਜੀ ਕਹਿੰਦੇ ਭਾਈ ਗੁਰੂ ਦੇ ਘਰ 'ਚ ਰਹਿਣਾ ਤਾਂ ਹੀ ਸਫਲ ਹੁੰਦਾ ਹੈ ਜੇ ਮਨੁੱਖ ਭਜਨ ਬੰਦਗੀ ਕਰੇ, ਜੇ ਸੇਵਾ ਕਰੇ, ਜੇ ਗੁਰੂ ਦੇ ਦਰ 'ਤੇ ਵੀ ਰਹਿਣਾ ਹੈ, ਇੱਥੋਂ ਲੰਗਰ ਪ੍ਰਸ਼ਾਦਾ ਵੀ ਛਕਣਾ ਹੈ ਤੇ ਸੇਵਾ ਭਜਨ ਵੀ ਨਹੀਂ ਕਰਨੀ, ਇਹ ਪੁੱਠੀ ਵੀ ਪੈ ਜਾਂਦੀ ਹੈ। ਇਸ ਕਰਕੇ ਕਿਉਂਕਿ ਬਿਨਾਂ ਪਰਿਸ਼ਰਮ ਦਾ ਖਾਣਾ ਹੈ। ਜੇ ਮਨੁੱਖ ਨੇ ਪਰਿਸ਼ਰਮ ਹੀ ਨਹੀਂ ਕਰਨਾ ਤੇ ਖਾਈਓ ਹੀ ਜਾਣਾ ਹੈ ਬਿਨਾਂ ਪਰਿਸ਼ਰਮ ਦਾ, ਕਿਉਂਕਿ ਗੁਰੂ ਘਰ ਜੋ ਵੀ ਆਉਣਾ ਹੈ ਕਿਸੇ ਹੋਰ ਦੀ ਟਹਿਲ ਕਮਾਈ ਦਾ ਆਉਣਾ ਹੈ ਤੇ ਉਹਦੀ ਟਹਿਲ ਕਮਾਈ ਤਾਂ ਹੀ ਸਫਲ ਹੋਣੀ ਹੈ, ਉਹਦੇ ਕਰਮਾਂ 'ਚੋਂ ਹੀ ਕੁਝ ਮਿਲਣਾ ਹੈ। ਜੇ ਇੱਥੇ ਕੋਈ ਖਾਣ ਵਾਲਾ ਨਹੀਂ ਹੋਏਗਾ ਫਿਰ ਉਹਦੀ ਸੇਵਾ ਕਿਵੇਂ ਸਫਲ ਹੋਏਗੀ? ਜਿਹਨੇ ਦੁੱਧ ਦਿੱਤਾ ਹੈ, ਕਿਸੇ ਨੇ ਪ੍ਰਸ਼ਾਦੇ ਦਿੱਤੇ ਨੇ, ਕਿਸੇ ਨੇ ਦਾਲ ਦਿੱਤੀ, ਰਸ ਦਿੱਤੀ ਹੈ, ਉਹਦੇ ਤੇ ਤਾਂ ਹੀ ਸਫਲ ਹੋਣਗੇ ਨਾ। ਜੇ ਕੋਈ ਖਾਏਗਾ ਤੇ ਫਿਰ ਜਿਹੜਾ ਖਾਏਗਾ ਉਹਦੇ ਕਰਮਾਂ 'ਚੋਂ ਮਾੜਾ ਮੋਟਾ ਉਹਨੂੰ ਮਿਲੇਗਾ। ਇਹ ਗੁਪਤ ਚੱਲਦਾ ਹੈ ਸਾਰਾ ਕੰਮ, ਸਾਹਮਣੇ ਤਾਂ ਨਹੀਂ ਵੇਖਦਾ ਵੀ ਜਾ ਰਿਹਾ। ਤੇ ਇਸ ਕਰਕੇ ਜਿਹੜਾ ਮਨੁੱਖ ਗੁਰੂ ਦੇ, ਬਾਬਾ ਬੁੱਢਾ ਜੀ ਕਹਿੰਦੇ ਵੀ ਜਿਹੜਾ ਗੁਰੂ ਦੇ ਦਰ 'ਤੇ ਰਹਿੰਦਾ ਹੈ, ਜੇ ਉਹ ਗੁਰਦੁਆਰਿਓਂ ਖਾਈ ਜਾਏ, ਸੇਵਾ ਭਜਨ ਬੰਦਗੀ ਨਾ ਕਰੇ, ਫਿਰ ਹੌਲੀ ਹੌਲੀ ਆਮ ਅਖਾਣ ਹੈ ਵਰਤਿਆ ਜਾਂਦਾ। ਬਜ਼ੁਰਗ ਕਹਿੰਦੇ ਹੁੰਦੇ ਸਨ, ਗੁਰੂ ਘਰ ਦੀਆਂ ਰੋਟੀਆਂ ਬਿਨਾਂ ਪਰਿਸ਼ਰਮ 3 ਕੰਮ ਕਰੇ, ਮੱਤ ਮਾਰਨ, ਹੱਡ ਗਾਲਣ, ਕੰਮ ਕਰਨ ਨਾ ਦੇਣ। ਇਹ ਕਿਉਂ? ਕਿਉਂਕਿ ਬਿਨਾਂ ਪਰਿਸ਼ਰਮ ਦੀ ਰੋਟੀ ਖਾ ਖਾ ਕੇ ਮਨੁੱਖ ਦੀ ਮੱਤ ਮਰੀ ਜਾਂਦੀ ਹੈ। ਫਿਰ ਉਹਦੀ ਇੱਕ ਪਛਾਣ ਹੋਏਗੀ, 2 ਗੁਣ ਉਹਦੇ ਵਿੱਚ ਪ੍ਰਮੁੱਖ ਹੋਣਗੇ, ਇੱਕ ਕ੍ਰੋਧ ਤੇ ਇੱਕ ਕਾਮ। ਇਹ 2 ਗੁਣ ਮੋਸਟਲੀ ਮਿਲਣਗੇ ਜਿਹੜੇ ਫਰੀ ਦੀਆਂ ਰੋਟੀਆਂ ਖਾਂਦੇ ਨੇ। ਇੱਕ ਤੇ ਕ੍ਰੋਧੀ ਬੜੇ ਹੋਣਗੇ, ਉਹ ਬੜੀ ਛੇਤੀ ਕ੍ਰੋਧ 'ਚ ਆ ਜਾਣਗੇ, ਮਾੜੀ ਮਾੜੀ ਗੱਲ ਤੇ ਲੜੀ ਜਾਣਗੇ। ਈਰਖਾ ਬੜੀ ਹੋਏ, ਕੋਈ ਰੋਟੀ ਖਾਣਾ ਉਹਨੂੰ ਭਜਾ ਦੇਣਗੇ, ਈਰਖਾ ਤੇ ਕ੍ਰੋਧ ਬੜਾ ਹੋਏ। ਇੱਕ ਕਾਮ ਦਾ ਬੜਾ ਉਹਨਾਂ ਦੇ ਵਿੱਚ ਹੋਏਗਾ। ਇਸ ਕਰਕੇ ਬਾਬਾ ਬੁੱਢਾ ਜੀ ਕਹਿੰਦੇ ਭਾਈ ਜੇ ਗੁਰੂ ਦੀ ਸੰਗਤ ਰਹੀਏ, ਗੁਰੂ ਦੇ ਸੰਗਤ ਰਹਿੰਦਿਆਂ ਜੇ ਪ੍ਰਸ਼ਾਦਾ ਛਕਿਆ ਵੀ ਹੈ, ਨਾਲ ਸੇਵਾ ਕਰੀਏ, ਉੱਥੋਂ ਨਾਲ ਭਜਨ ਬੰਦਗੀ ਕਰੀਏ, ਨਾਮ ਜਪੀਏ, ਤਾਂ ਜਿਹੜਾ ਇਹ ਪ੍ਰਸ਼ਾਦਾ ਮਨੁੱਖ ਨੂੰ ਹਜਮ ਹੁੰਦਾ ਹੈ। ਬੈਠੇ ਦੇ ਕਾਜ ਕਿਸ ਆਏ, ਛੂਹੈ ਨਾ ਕੋਈ ਮ੍ਰਿਤ ਜਬ ਪਾਏ। ਭਾਈ ਬੈਠਿਆਂ ਤੇ ਤੇਰੀ ਦੇਹੀ ਇਹ ਕਿਸੇ ਕੰਮ ਦੀ ਨਹੀਂ। ਐਵੇਂ ਤੇ ਜਦੋਂ ਤੂੰ ਮਰ ਜਾਏਗਾ ਕਿਸੇ ਨੇ ਹੱਥ ਵੀ ਨਹੀਂ ਲਾਉਣਾ। ਲੋਕੀ ਹੱਥ ਲਾਉਣ ਤੋਂ ਵੀ ਡਰਦੇ ਨੇ ਮੌਤ ਨੂੰ, ਮਰੇ ਹੋਏ ਮਨੁੱਖ ਨੂੰ।
ਇਸ ਕਰਕੇ ਗੁਰੂ ਦੇ ਦਰ ਤੇ ਤੂੰ ਰਹਿਣਾ, ਭਜਨ ਬੰਦਗੀ ਕਰਿਆ ਕਰ, ਸੇਵਾ ਕਰਿਆ ਕਰ। ਕਹਿਣ ਲੱਗਿਓ ਗੁਰ ਬਾਗ ਕਹਿ ਜਿਮੀ, ਟਹਿਲ ਕਰੋ ਤਿਸ ਕਾਲ ਭਲੇ ਤਿਮ। ਉਹ ਕਹਿਣ ਲੱਗਿਆ ਬਈ ਮੈਂ ਨਹੀਂ ਤੁਹਾਡੀ ਗੱਲ ਮੰਨਣੀ, ਮੈਨੂੰ ਤੇ ਗੁਰੂ ਕਹੇਗਾ ਤੇ ਮੈਂ ਗੱਲ ਮੰਨਣੀ, ਮੈਂ ਨਹੀਂ ਮੰਨਣੀ ਹੈ। ਕਈ ਆਪਣੇ ਆਪ ਨੂੰ ਬੜਾ ਇਸ ਚੀਜ਼ ਤੋਂ ਵੀ ਗਾਂਹ ਸਮਝਣ, ਬ੍ਰਹਮ ਗਿਆਨੀ ਸਮਝਣ ਲੱਗ ਜਾਂਦੇ ਨੇ, ਕਿਉਂਕਿ ਮਨੁੱਖ ਥੋੜਾ ਜਿਹਾ ਭਜਨ ਬੰਦਗੀ ਕਰੇ ਉਹਨੂੰ ਝੋਲਾ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਚੀਜ਼ ਦਾ ਵੀ ਝੋਲਾ ਪੈਣਾ ਸ਼ੁਰੂ ਹੁੰਦਾ ਵੀ ਸ਼ਾਇਦ ਤੂੰ ਤੇ ਅੱਪੜ ਗਿਆ ਭਾਈ, ਤੇਰੀ ਤੇ ਰੱਬ ਨਾਲ ਸਿੱਧੀ ਹੋਈ ਗੱਲ ਹੋ ਗਈ ਹੈ। ਫਿਰ ਉਹ ਜਿਹੜੇ ਗੁਰਦੁਆਰੇ ਹੋਰ ਵੀ ਕਿਤੇ ਸੰਗਤ ਚਾਉਣਗੇ ਉਹਨਾਂ ਨੂੰ ਤੁੱਛ ਸਮਝਣ ਲੱਗ ਜਾਂਦਾ। ਉਹਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ, ਹਰੇਕ ਮਨੁੱਖ ਨੂੰ ਤੁੱਛ ਸਮਝਦਾ, ਆਪਣੇ ਤੋਂ ਨੀਵਾਂ ਹੀ ਸਮਝਦਾ। ਸਮਝਣਾ ਤੇ ਮਨੁੱਖ ਨੂੰ ਆਪਣੇ ਆਪ ਨੂੰ ਨੀਵਾਂ ਚਾਹੀਦਾ ਹੈ, ਪਰ ਉਹਦੀ ਮੱਤ ਉਲਟੀ ਹੋ ਜਾਂਦੀ ਹੈ। ਕੀ ਹੁੰਦੀ ਹੈ? ਉਹ ਦੂਜਿਆਂ ਨੂੰ ਆਪਣੇ ਨਾਲੋਂ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ। ਕਹਿਓ ਐ ਪਰ ਕੋ ਮਾਨੋ ਨਾਹੀ, ਯੈ ਨਿਸ਼ਚੈ ਮੇਰੇ ਮਨ ਮਾਹੀ। ਕਹਿੰਦੇ ਨਹੀਂ, ਮੈਂ ਤੇ ਜਿੱਦਣ ਗੁਰੂ ਘਰ ਆਇਆ ਇਹ ਧਾਰ ਕੇ ਹੀ ਆਇਆ ਸੀ ਵੀ ਕਿਸੇ ਦੀ ਗੱਲ ਮੰਨਣੀ ਨਹੀਂ। ਜੇ ਮਨੁੱਖ ਸੋਚੇ ਸਿੱਖਾਂ ਵਿੱਚ ਵੀ ਤੇ ਗੁਰੂ ਹੀ ਵਰਤਦਾ ਹੈ। ਮਹਾਰਾਜ ਜੀ ਨੇ 5 ਸਿੱਖਾਂ ਦੀ ਲੀਹ ਚਲਾਈ, ਜਿੱਥੇ 5 ਹੋਣਗੇ ਉੱਥੇ ਗੁਰੂ ਵਰਤਦਾ ਹੈ, ਤੇ ਸਿੱਖਾਂ ਵਿੱਚ ਵੀ ਤੇ ਗੁਰੂ ਹੀ ਵਰਤਦਾ ਹੈ। ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਜੇ ਕੋ ਮੂੰਹ ਉਪਦੇਸ਼ ਕਰਤ ਹੈ। ਕਹਿੰਦੇ ਜੇ ਮੈਨੂੰ ਕੋਈ ਉਪਦੇਸ਼ ਕਰੇ ਨਾ, ਮੈਨੂੰ ਇਵੇਂ ਲੱਗਦਾ ਹੈ ਵਣ ਤਿਨ ਰਤੜਾ ਨਾਰਾਇਣ, ਐਵੇਂ ਲੱਗਦਾ ਸਾਰੇ ਬਨੇ ਰੱਬ ਹੀ ਬੋਲ ਰਿਹਾ। ਜੇ ਮੈਨੂੰ ਕੋਈ ਉਪਦੇਸ਼ ਕਰ ਗਿਆ ਮੈਂ ਉਹਦੀ ਗੱਲ ਨੂੰ ਨਾਲ ਹੀ ਮੰਨ ਲੈਂਦਾ। ਕਿਉਂ? ਐਵੇਂ ਲੱਗਦਾ ਜਿਵੇਂ ਗੁਰੂ ਨੇ ਗੱਲ ਕਹੀ ਹੈ। ਇਸ ਕਰਕੇ ਬਾਬਾ ਬੁੱਢਾ ਜੀ ਦੀ ਗੱਲ ਨਹੀਂ ਮੰਨੀ। ਇਹ ਨਹੀਂ ਵੇਖਦਾ ਵੀ ਗੁਰਸਿੱਖਾਂ ਅੰਦਰ ਗੁਰੂ ਵਰਤਾ ਹੈ, ਗੁਰਸਿੱਖਾਂ ਦੇ ਅੰਦਰ ਤੇ ਗੁਰੂ ਵਰਤਦਾ ਹੈ, ਗੱਲ ਨਹੀਂ ਮੰਨੀ। ਕਹਿੰਦੇ ਨਹੀਂ, ਮੈਂ ਤੇ ਨਿਸ਼ਚਾ ਧਾਰਨ ਕੀਤਾ ਹੈ, ਗੁਰੂ ਤੋਂ ਸਵੈ ਕਿਸੇ ਦੀ ਗੱਲ ਮੰਨਣੀ ਹੀ ਨਹੀਂ। ਬੋਰ ਤਿਸੈ ਬੀਤਾ ਚਿਰੰਕਾਲ, ਇੱਕ ਦਿਨ ਬੋਲਿਓ ਸ੍ਰੀ ਗੁਰ ਨਾਲ। ਬੜਾ ਸਮਾਂ ਬੀਤ ਗਿਆ। ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਨੂੰ ਉਹ ਸਿੱਖ ਬਚਨ ਕਰਦਾ ਹੈ, ਬਹੁਤ ਦਿਵਸ ਕੋ ਮੈਂ ਅਭਿਲਾਖੀ, ਨਿਜ ਮੁਖ ਤੇ ਕਛ ਸੇਵ ਨਾ ਭਾਖੀ। ਕਹਿਣ ਲੱਗਾ ਮਹਾਰਾਜ ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਵੀ ਤੁਸੀਂ ਮੈਨੂੰ ਕੋਈ ਸੇਵਾ ਦੱਸੀ ਨਹੀਂ। ਬੜੇ ਦਿਨ ਹੋ ਗਏ ਮੈਂ ਗੁਰਦੁਆਰੇ ਆ ਰਿਹਾ, ਮੇਰੇ ਨਾਲ ਦੀ ਆਪ ਜੀ ਨੇ ਕੋਈ ਸੇਵਾ ਲਾਈ ਹੀ ਨਹੀਂ। ਕਰਿਓ ਬਾਕ ਤਬ ਬੇਪਰਵਾਹੇ, ਅਗਨ ਜਰੋ ਇਹੋ ਸੇਵਾ ਆਹੇ। ਕਹਿੰਦੇ ਇਸ ਕਰਕੇ ਜਿਵੇਂ ਹੁਣ ਗੁਰਦੁਆਰੇ ਅਸੀਂ ਸੇਵਾ ਕਰਦੇ ਹਾਂ, ਕੋਈ ਸਿੱਖ ਕਹਿੰਦੇ ਨੇ ਗੁਰਦੁਆਰਾ ਸਾਹਿਬ ਇਮਾਰਤਾਂ ਬਣਦੀਆਂ ਨੇ, ਇਹ ਕਿਹਾ ਜਾਂਦਾ ਭਾਈ ਸੇਵਾ ਕਰੋ। ਇਹ ਕੌਣ? ਗੁਰਸਿੱਖਾਂ ਅੰਦਰ ਗੁਰੂ ਹੀ ਵਰਤਦਾ ਹੈ। ਕਿਉਂਕਿ ਜਿਉਂ-ਜਿਉਂ ਅਸੀਂ ਸੇਵਾ ਕਰਦੇ ਹਾਂ, ਐਡੀਆਂ ਇਮਾਰਤਾਂ ਖੜੀਆਂ ਨੇ, ਇਹ ਸੇਵਾਦਾਰਾਂ ਦੇ ਸਿਰ ਤੇ ਖੜੀਆਂ ਨੇ, ਤੇ ਜਿਨ੍ਹਾਂ ਸੇਵਾ ਕੀਤੀ ਇੱਕ ਇੱਕ ਇੱਟ ਲੱਗੀ। ਵੇਖੋ ਅੱਜ ਸੰਗਤ ਹੋ ਰਹੀ ਹੈ ਇੱਥੇ, ਕਿਸੇ ਨੇ ਗੱਟਾ ਸੀਮਿੰਟ ਦਾ ਦਿੱਤਾ, ਕਿਸੇ ਨੇ ਕਿੱਡੀ ਸੋਹਣੀ ਇਮਾਰਤ ਬਣੀ ਹੈ, ਮੀਂਹ ਕਣੀ ਤੋਂ ਬਚਾਉਂਦੀ ਹੈ, ਤੇ ਇੱਥੇ ਸਤ ਸੰਗਤ ਹੋ ਰਹੀ ਹੈ। ਹੁਣ ਜਿਹਨੇ ਇਹਦੇ ਵਿੱਚ ਹਿੱਸਾ ਪਾਇਆ ਹੈ, ਜਦੋਂ ਤਾਈਂ ਇਹ ਗੁਰਦੁਆਰਾ ਰਹੇਗਾ ਉਹਨੂੰ ਹਿੱਸਾ ਮਿਲਦਾ ਹੀ ਰਹਿਣਾ। ਇਹੀ ਤੇ ਸੇਵਾ ਦਾ ਫਲ ਹੈ, ਇਹੀ ਤੇ ਵੱਡੀ ਐਫਡੀ ਹੈ ਜਿਹੜੀ ਕਰਾ ਦੀ ਤੇ ਜਨਮਾਂ ਤੇ ਫਾਇਦਾ ਮਿਲੇਗਾ। ਮਹਾਰਾਜ ਜੀ ਕਹਿਣ ਲੱਗੇ ਅੱਛਾ ਭਾਈ ਤੂੰ ਮੈਨੂੰ ਇਹ ਪੁੱਛ ਰਿਹਾ ਵੀ ਸੇਵਾ ਚਾਹੀਦੀ ਹੈ? ਕਹਿੰਦੇ ਹਾਂਜੀ। ਕਹਿੰਦੇ ਐਵੇਂ ਕਰ, ਜਾ ਕੇ ਫਿਰ ਅੱਗ ਵਿੱਚ ਸੜ ਜਾ। ਮਹਾਰਾਜ ਬੇਪਰਵਾਹ ਨੇ, ਮਹਾਰਾਜ ਨੂੰ ਕਿਹੜਾ ਪਰਵਾਹ ਕਿਸੇ ਦੀ। ਕਹਿੰਦੇ ਤੇਰੇ ਲੈ ਕੇ ਇੱਕ ਹੀ ਸੇਵਾ ਹੈ, ਤੂੰ ਜੰਗਲ ਵਿੱਚ ਜਾ, ਲੱਕੜਾਂ ਇਕੱਠੀਆਂ ਕਰਕੇ ਆਪਣੇ ਆਪ ਦੇ ਸਰੀਰ ਨੂੰ ਅੱਗ ਨਾਲ ਹੀ ਸਾੜ ਲੈ। ਸੁਨ ਤਬ ਗਮਨਿਓ ਬਨ ਕੇ ਮਾਹੀ, ਲੱਕੜੀ ਕਰੀ ਪਟੋਰਨ ਤਾਹੀ। ਇਹ ਸੁਣ ਕੇ ਫਿਰ ਜੰਗਲ ਵਿੱਚ ਚਲਾ ਗਿਆ, ਜਾ ਕੇ ਆਪਣੇ ਆਪ ਲੱਕੜਾਂ ਨੂੰ ਇਕੱਠਿਆਂ ਕਰ ਰਿਹਾ ਹੈ। ਅਗਨ ਪਰ ਜਲਤ ਹੇਰ ਕਰ ਡਰਿਓ, ਗੁਰਬਚ ਪਰ ਨਹਿ ਟਿਕਬੋ ਕਰਿਓ। ਹੁਣ ਪਹਿਲਾਂ ਤੇ ਲੱਕੜਾਂ ਇਕੱਠੀਆਂ ਕਰ ਲਈਆਂ, ਹੁਣ ਜਦੋਂ ਅੱਗ ਚੱਲਦੀ ਹੋਏ ਕਿਹਦਾ ਦਿਲ ਕਰਦਾ ਵੀ ਛਾਲ ਮਾਰਾਂ। ਇਹਨੇ ਪਹਿਲਾਂ ਤੇ ਬੜੇ ਰੋਹ 'ਚ ਆਇਆ ਵੀ ਮੈਂ ਗੁਰੂ ਦਾ ਬਚਨ ਪਕਾਉਣਾ ਹੈ। ਹੁਣ ਜੇ ਇੰਨੀ ਨਿਮਰਤਾ ਵਾਲਾ ਹੁੰਦਾ, ਇੰਨੀ ਅੱਗੇ ਪਹੁੰਚਿਆ ਹੋਇਆ ਸਿੱਖ ਹੁੰਦਾ, ਫਿਰ ਤੇ ਸਿੱਖਾਂ ਦੀ ਗੱਲ ਮੰਨੀ ਜਾਂਦਾ। ਉਹਨੂੰ ਪਤਾ ਹੋਣਾ ਸੀ ਗੁਰੂ ਵਰਤਦਾ ਹੈ। ਲੱਕੜਾਂ ਇਕੱਠੀਆਂ ਕਰ ਲਈਆਂ, ਜਦੋਂ ਅੱਗ ਨੇ ਲਾਟ ਮਾਰੀ ਬੜੀ ਤੇਜ਼, ਪਿੱਛੇ ਹਟ ਗਿਆ, ਮਨ ਨਹੀਂ ਕਰਦਾ ਹੁਣ ਇਹਦੇ ਵਿੱਚ ਛਾਲ ਮਾਰ ਜਾਵਾਂ। ਇੱਕ ਤਸਕਰ ਚੋਰੀ ਕੋ
को माल लिए जात आयो तिस काल। ਹੁਣ ਜਿੱਥੇ ਉਹਨੇ ਅੱਗ ਜਲਾਈ ਹੋਈ ਸੀ ਉੱਥੋਂ ਦੀ ਇੱਕ ਚੋਰ ਲੰਘ ਰਿਹਾ ਸੀ, ਚੋਰੀ ਦਾ ਸਮਾਨ ਸੀ ਉਹਦੇ ਕੋਲ। ਉਹ ਚੋਰ ਸਮਾਨ ਲੈ ਕੇ ਜਦੋਂ ਉਹਦੇ ਕੋਲ ਦੀ ਲੰਘ ਰਿਹਾ ਸੀ, ਪਿਖ ਚਰਜ ਕੋ ਪੂਛਨ ਕਰਿਓ, ਇਹ ਕਿਆ ਕਰਤ ਇਹਾਂ ਤੈ ਖਰਿਓ। ਉਹ ਬੜਾ ਅਚਰਜ ਹੋ ਕੇ ਪੁੱਛਣ ਲੱਗਿਆ, ਭਾਈ ਤੂੰ ਇੱਥੇ ਕਿਉਂ ਖਲੋਤਾ ਹੈ? ਆ ਚੀਖਾ ਕਿਉਂ ਬਣਾਈ ਹੈ? ਇੱਥੇ ਕੀ ਹੋਇਆ? ਆ ਲੱਕੜਾਂ ਦੀ ਅੱਗ ਕਿਉਂ ਜਲਾਈ ਹੋਈ ਹੈ? ਗੁਰ ਕੋ ਬਚ ਮੋ ਕਹੋ ਤਿਨ ਕਹਿਓ, ਜਰੋ ਅਗਨ ਅਬ ਜਾਏ ਨ ਦਹਿਓ। ਕਹਿੰਦੇ ਗੁਰੂ ਨੇ ਮੈਨੂੰ ਬਚਨ ਕੀਤਾ ਵੀ ਜਾ ਕੇ ਅੱਗ ਵਿੱਚ ਸੜ ਜਾ, ਪਰ ਕੀ ਕਰਾਂ ਉਧਰੋਂ ਅੱਗ ਚੱਲ ਰਹੀ ਹੈ, ਮੇਰਾ ਦਿਲ ਨਹੀਂ ਕਰਦਾ ਵੀ ਇਹਦੇ ਵਿੱਚ ਛਾਲ ਮਾਰਾਂ। ਇਸ ਕਰਕੇ ਗੁਰੂ ਦਾ ਬਚਨ ਮੇਰੇ ਤੋਂ ਪੁਗਾਇਆ ਨਹੀਂ ਜਾ ਰਿਹਾ। ਤਿਸ ਕੋ ਗਰਭ ਵਿਨਾਸ਼ਨ ਹੇਤ, ਬੋਲਿਓ ਤਸਕਰ ਹੋਏ ਸੁਚੇਤ। ਕਹਿੰਦੇ ਉਹਦੇ ਗਰਭ ਨੂੰ ਨਾਸ਼ ਕਰਨ ਵਾਸਤੇ, ਉਹਦੇ ਹੰਕਾਰ ਨੂੰ ਨਾਸ਼ ਕਰਨ ਵਾਸਤੇ ਉਹ ਜਿਹੜਾ ਚੋਰ ਹੈ ਬੜੇ ਸੁਚੇਤ ਹੋ ਕੇ ਬੋਲਿਆ ਹੈ। ਮੈਂ ਕਲਮਲ ਕੀਨੇ ਸਮੁਦਾਏ, ਇਹਾਂ ਜਰੇ ਤੇ ਸਭ ਮਿਟ ਜਾਏ। ਚੋਰ ਕਹਿਣ ਲੱਗਾ ਵੀ ਮੈਂ ਬੜੇ ਜ਼ਿੰਦਗੀ 'ਚ ਪਾਪ ਕੀਤੇ ਨੇ, ਮੈਂ ਸੋਚਦਾ ਵੀ ਜੇ ਮੈਂ ਇਹਦੇ ਵਿੱਚ ਸੜ ਜਾਵਾਂ ਮੇਰੇ ਸਾਰੇ ਹੀ ਪਾਪ ਖਤਮ ਹੋ ਜਾਣਗੇ। ਮੋਤੇ ਦਰਬ ਸਰਬ ਅਬ ਲੇਵੋ, ਸ੍ਰੀ ਗੁਰ ਬਾਕ ਮੋਲ ਮੁਝ ਦੇਵੋ। ਇਸ ਕਰਕੇ ਨਾ ਤੂੰ ਮੇਰੇ ਤੋਂ ਇੱਕ ਕੰਮ ਕਰ, ਗੁਰੂ ਦੇ ਬਚਨ ਮੈਨੂੰ ਦੇ ਦੇ। ਆ ਮੁੱਲ ਮੇਰੇ ਕੋਲ ਸੋਨਾ ਚੋਰੀ ਕਰਕੇ ਲੈ, ਇਹ ਤੂੰ ਲੈ ਲਾ। ਬਚਨ ਮੈਂ ਤੇਰੇ ਤੋਂ ਮੁੱਲ ਲੈ ਲੈਣਾ, ਸੋਨਾ ਤੂੰ ਲੈ ਲਾ। ਬੜਾ ਖੁਸ਼ ਹੋਇਆ ਹੋਏਗਾ ਵੀ ਇਹ ਤੇ ਕੰਮ ਸਸਤਾ ਹੀ ਸਲ ਗਿਆ, ਨਾਲੇ ਤੇ ਉਧਰ ਅੱਗ ਚਲਾਈ ਹੈ, ਨਾਲੇ ਮੈਨੂੰ ਸੋਨਾ ਲੱਭ ਜਾਣਾ। ਕਹਿੰਦੇ ਇਸ ਕਰਕੇ ਚੋਰ ਉਹਦੇ ਨਾਲ ਗੁਰੂ ਦੇ ਬਚਨ ਦਾ ਸੌਦਾ ਕਰਨ ਲੱਗਿਆ ਹੈ। ਸੁਣ ਕੇ ਧਨ ਲੀ ਨਸਲ ਲਚਾਏ, ਤਬ ਤਸਕਰ ਤਨ ਦੀਨ ਜਲਾਏ। ਲਾਲਚ ਵਿੱਚ ਆ ਕੇ ਕਹਿੰਦਾ ਠੀਕ ਹੈ ਭਾਈ, ਗੁਰੂ ਦਾ ਬਚਨ ਤੂੰ ਲੈ ਲਾ, ਸੋਨਾ ਮੈਨੂੰ ਦੇ ਦੇ। ਹੁਣ ਚੋਰ ਦੇ ਵਿੱਚ ਕੋਈ ਜਿਗਿਆਸਾ, ਕੋਈ ਪੁਰਾਣਾ ਕਰਮ ਆਇਆ ਹੋਏਗਾ, ਚੋਰ ਨੇ ਨਾਲੋਂ ਨਾਲ ਜਿਹੜੀ ਛਾਲ ਉਹ ਅੱਗ ਦੇ ਵਿੱਚ ਮਾਰ ਦਿੱਤੀ ਹੈ। ਸੁਰਪੁਰ ਤੇ ਵਿਬਾਨ ਚੱਲ ਆਵਾ, ਸਾਦਰ ਕਹਿ ਕੇ ਤੁਰਤ ਚੜਾਵਾ। ਕਹਿੰਦੇ ਸਵਰਗਾਂ ਚੋਂ ਫਿਰ ਵਿਬਾਨ ਆਇਆ, ਉਹਨੂੰ ਸਾਧ ਕਹਿ ਕੇ ਜਿਹੜੇ ਆਏ ਸਨ ਲੈਣ ਉਹਨੂੰ ਲੈ ਕੇ ਚਲੇ ਗਏ ਹਨ। ਸੁਖ ਅਨੰਤ ਮੈਂ ਜਾਏ ਰਹਿਓ ਹੈ, ਗੁਰਬਚ ਤੇ ਅਕ ਦੇਹ ਦਹਿਓ ਹੈ। ਕਹਿੰਦੇ ਗੁਰੂ ਦੇ ਬਚਨ ਮੰਨਣ ਵਾਲੇ ਦੇ ਸਾਰੇ ਪਾਪ ਦੂਰ ਹੋ ਹੀ ਜਾਂਦੇ ਨੇ। ਕਹਿੰਦੇ ਇਸ ਕਰਕੇ ਗੁਰੂ ਦਾ ਬਚਨ ਮੰਨਣ ਕਰਕੇ ਉਹ ਚੋਰ ਦੇ ਸਾਰੇ ਪਾਪ ਜਿੰਨੇ ਪੁਰਾਣੇ ਕੀਤੇ ਸੀ ਉਹ ਖਤਮ ਹੋ ਗਏ ਹਨ। ਲੋਭ ਧਾਰ ਸਿੱਖ ਗਮਨਿਓ ਘਰ ਕੋ, ਰਹਿਓ ਨਰਨ ਤਿਸ ਲਖ ਤਸਕਰ ਕੋ। ਸਿੱਖ ਲੋਭ ਧਾਰ ਕੇ ਆਪਣੇ ਘਰ ਨੂੰ ਤੁਰਿਆ ਕਿ ਚਲ ਘਰਦਿਆਂ ਨੂੰ ਵਿਖਾਉਣਾ ਸੋਨਾ ਜਾ ਕੇ। ਪਿੰਡ ਦੇ ਲੋਕਾਂ ਨੇ ਚੋਰ ਸਮਝ ਕੇ ਉਸ ਨੂੰ ਫੜ ਲਿਆ ਹੈ। ਕੋਟ ਵਾਰ ਕੇ ਕਰਿਓ ਅਗਾਰੀ, ਤਿਨ ਦੇਖਤ ਹੀ ਗਿਰਾ ਉਚਾਰੀ। ਜਾ ਕੇ ਜਿਹੜਾ ਕੋਤਵਾਲ ਸੀ ਫੜ ਕੇ ਪਿੰਡ ਵਾਲਿਆਂ ਨੇ ਉਹਦੇ ਅੱਗੇ ਪੇਸ਼ ਕੀਤਾ ਤੇ ਕੋਤਵਾਲ ਨੇ ਉਹਨੂੰ ਵੇਖ ਕੇ ਬਚਨ ਕਿਹਾ ਹੈ। ਛੀਨ ਲਿਓ ਤਿਸ ਕੋ ਸਭ ਮਾਲ, ਫਾਂਸੀ ਦੇਹੋ ਜਾਏ ਤਤਕਾਲ। ਕਹਿਣ ਲੱਗੇ ਭਾਈ ਇਹ ਤੋਂ ਸਾਰਾ ਮਾਲ ਖੋਲੋ ਤੇ ਇਹਨੂੰ ਫਾਂਸੀ ਦੇ ਦਿਓ ਹੁਣੇ, ਮਰਨਾ ਤੇ ਹੈ ਹੀ ਹੈ। ਕਿਉਂਕਿ ਗੁਰੂ ਨੇ ਜਿਹੜਾ ਬਚਨ ਕਰ ਦਿੱਤਾ ਵੀ ਜਾ ਕੇ ਮਰ ਜਾ, ਤੇ ਬਿਰਥਾ ਤੇ ਨਹੀਂ ਜਾਏਗਾ। ਪਰ ਪੁੱਠਾ ਪੈ ਗਿਆ, ਗਰਭ ਸੀ ਨਾ ਅੰਦਰ, ਨੀਵਾ ਨਹੀਂ ਚੱਲਿਆ ਗੁਰੂ ਦੇ। ਮਹਾਰਾਜ ਦੇ ਬਾਣੀ 'ਚ ਕਹਿੰਦੇ ਨੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਗੁਣਾ ਤੇ ਚੰਗਿਆਈਆਂ ਦਾ ਤਤ ਹੈ ਨੀਵਾ ਚੱਲਣਾ। ਕਦੀ ਵੇਖਣਾ ਜਿਹੜਾ ਪਾਣੀ ਹੈ ਨਾ, ਪਾਣੀ ਇਹਦਾ ਸੁਭਾਅ ਹੈ ਨਵਾਣ ਨੂੰ ਤੁਰਨਾ। ਕਿੱਥੋਂ ਪਾਣੀ ਪਰਬਤਾਂ ਤੋਂ ਚੱਲਦਾ ਹੈ। ਫਿਰ ਉਹ ਜਿਹੜੇ ਨਵਾਣ ਨੂੰ ਚੱਲਦੇ ਨੇ, ਕਿੰਨਿਆਂ ਦੀ ਪਿਆਸ ਬੁਝਾਉਂਦਾ ਪਾਣੀ ਆਉਂਦਾ ਹੈ। ਤੋੜ ਜਦੋਂ ਤੇ ਸਮੁੰਦਰ 'ਚ ਨਹੀਂ ਨਾ ਮਿਲਦਾ, ਲੋਕਾਂ ਦੀ ਤਰੇ ਬੁਝਾਈ ਜਾਂਦਾ ਹੈ। ਮੈਦਾਨੀ ਇਲਾਕਿਆਂ 'ਚ ਸਮੁੰਦਰੀ ਕਿੱਥੇ ਕਿੱਥੇ ਜਾਂਦਾ ਹੈ, ਕਦੇ ਰੇਗਿਸਤਾਨ 'ਚੋਂ ਜਾਂਦਾ ਦਰਿਆ। ਇਹ ਪਾਣੀ ਦਾ ਸੁਭਾਅ ਹੈ। ਇਹੀ ਸੁਭਾਅ ਸਿੱਖ ਦਾ ਵੀ ਹੈ, ਜਿਹੜਾ ਆਪਣੇ ਆਪ ਨੂੰ ਨੀਵਾਂ ਰੱਖਦਾ। ਬਾਣੀ ਕਹਿੰਦੀ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤ ਲੈ। ਆਪਣੇ ਆਪ ਨੂੰ ਨੀਵਾਂ ਰੱਖ,
जे कोई माड़ा मोटा बचन कुछ कह भी जाए ना कोई तां भी जर, क्यों जेड़े जर जाते ने वो तर जाते ने, जरन वाले तर जाते हैं। कहते इस करके जरना चाहिए। सुखी बसै मस्कीनियाँ आप निवार तले, बड़े बड़े अहंकारिया नानक गर्भ गले। ਵੱਡੇ ਵੱਡੇ ਹੰਕਾਰੀ ਪੁਰਸ਼ ਗਰਭ ਦੇ ਵਿੱਚ ਗਲ ਜਾਂਦੇ ਨੇ, ਸੜ ਜਾਂਦੇ ਨੇ। ਇਸ ਕਰਕੇ ਉਹਨੂੰ ਕਿਹਾ ਕੋਤਵਾਲ ਨੇ ਇਹ ਤੋਂ ਸਾਰਾ ਸੋਨਾ ਵੀ ਖੋਲੋ ਅਤੇ ਇਹਨੂੰ ਫਾਂਸੀ ਤੇ ਹੁਣੇ ਲਟਕਾ ਦਿੱਤਾ ਜਾਏ। ਹੁਕਮ ਮਾਨ ਫਾਂਸੀ ਤਿਸ ਦੀਨਾ, ਮੂਰਖ ਮਰਿਓ ਧਰਮ ਤੇ ਹੀਨਾ। ਫੜ ਕੇ ਉਹਨਾਂ ਨੂੰ ਜਿਹੜੇ ਜੰਮ ਸਨ, ਜਿਹੜੇ ਜਲਾਦ ਸਨ, ਫਾਂਸੀ ਤੇ ਲਟਕਾਤਾ। ਕਹਿੰਦੇ ਮਰ ਵੀ ਗਿਆ ਪਰ ਮਰਿਆ ਧਰਮ ਤੋਂ ਹੀਣਾ। ਮਰਨਾ ਤੇ ਹੈ ਹੀ ਸੀ, ਜੇ ਉਹਦੇ ਵਿੱਚ ਹੀ ਛਾਲ ਮਾਰ ਜਾਂਦਾ ਘੱਟੋ ਘੱਟ ਕਿ ਜਾ ਕੇ ਪਰਲੋਕ ਵਿੱਚ ਤੇ ਸੁੱਖ ਪ੍ਰਾਪਤ ਹੁੰਦਾ। ਸਰੀਰ ਤੇ ਤਜਣਾ ਹੀ ਹੈ, ਅੱਜ ਨਹੀਂ ਤੇ ਕੱਲ, ਇਹ ਤਾਂ ਸੱਚਾਈ ਹੈ। ਕਿਹੜਾ ਐਸਾ ਮਨੁੱਖ ਹੈ ਜਿਹੜਾ ਇੱਥੇ ਬਾਂਹ ਖੜੀ ਕਰਕੇ ਕਹੇਗਾ ਵੀ ਮੈਂ ਸਦਾ ਰਹਿਣਾ? ਸਦਾ ਕੀ, 1 ਮਿੰਟ ਦੀ ਤਸੱਲੀ ਨਹੀਂ ਕੋਈ ਲੈ ਸਕਦਾ। ਦੁਨੀਆ ਦਾ ਤੇ ਖੇਡ ਹੀ ਪਰਮਾਤਮਾ ਨੇ ਐਸਾ ਬਣਾਇਆ ਹੈ, 1 ਸੈਕਿੰਡ ਦੀ ਤਸੱਲੀ ਨਹੀਂ ਕਿਸੇ ਨੂੰ। ਬੈਠਿਆਂ ਬੈਠਿਆਂ ਪ੍ਰਾਣ ਨਿਕਲ ਜਾਂਦੇ ਨੇ। ਇਸ ਕਰਕੇ ਉਹ ਕਹਿੰਦੇ ਨੇ ਮੂਰਖ ਮਨੁੱਖ ਧਰਮ ਤੋਂ ਹੀ ਨਾ ਇਹ ਦੁਨੀਆ ਤੋਂ ਚਲਾ ਗਿਆ ਹੈ। ਗੁਰੂ ਬਚਨ ਪਰ ਜਿਹ ਪ੍ਰਤੀਤ, ਤਿਸਹਿ ਮਿਲੈ ਊਚੋ ਪਦ ਨੀਤ। ਜਿਹੜੇ ਸੇਵਕ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰ ਲੈਂਦੇ ਨੇ, ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਨੇ, ਉਹ ਸਦਾ ਲਈ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਹਨ। ਤਜੈ ਬਾਕ ਧਰ ਲੋਭ ਵਿਸਾਲਾ, ਪਾਵਹਿ ਨਰਕ ਤੁਰਤ ਹੋਏ ਕਾਲਾ। ਜਿਹੜੇ ਮਨੁੱਖ ਲੋਭ ਵਿੱਚ ਆ ਕੇ ਗੁਰੂ ਦੇ ਬਚਨਾਂ ਨੂੰ ਛੱਡ ਦਿੰਦੇ ਨੇ, ਨਰਕਾਂ ਦੇ ਭਾਗੀ ਬਣਦੇ ਨੇ। ਹੁਣ ਮੈਂ ਕਈ ਵਾਰੀ ਆਪ ਜੀ ਨੂੰ ਕਿਹਾ, ਵੇਖੋ ਬਚਨ ਹੀ ਹੈ ਗੁਰੂ ਦਾ। ਆਪਾਂ ਕਈ ਵਾਰੀ ਸੋਚਦੇ ਗੁਰੂ ਤੋਂ ਬਚਨ ਕਰਾਈਏ। ਗੁਰੂ ਬਚਨ ਕਹਿੰਦਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਬਚਨ ਹੀ ਹੈ। ਹੁਣ ਇਸ ਬਚਨ ਨੂੰ ਜੇ ਕੋਈ ਮੰਨ ਲਏ ਤਰ ਜਾਏਗਾ, ਨਾ ਮੰਨੇ ਤੇ ਤੁਰਿਆ ਫਿਰੇ। ਜੇ ਕਿਸੇ ਦਾ ਕੋਈ ਕਾਜ ਵਿਗੜਿਆ ਤੇ ਭਗਤ ਧੰਨਾ ਜੀ ਕਹਿੰਦੇ ਨੇ ਵੀ ਮੈਂ ਤੇ ਅਸਲ 'ਚ ਜਿਨ੍ਹਾਂ ਨੇ ਇਹ ਬਚਨ ਕਿਹਾ ਉਹਨਾਂ ਨੇ ਪਹਿਲਾਂ ਆਪਣੀ ਜ਼ਿੰਦਗੀ 'ਚ ਪਤਿਆਇਆ ਹੋਏਗਾ ਨਾ। ਐਵੇਂ ਤਾਂ ਕੋਈ ਵੀ ਜ਼ਿੰਦਗੀ ਵਿੱਚ ਬਚਨ ਨਹੀਂ ਕਹਿੰਦਾ। ਜੇ ਕੋਈ ਕਿਸੇ ਨੂੰ ਕੋਈ ਰੋਗ ਲੱਗਿਆ ਹੋਏ ਨਾ ਤੇ ਕਿ ਉਹਨੂੰ ਦਵਾਈ ਮਿਲੇ ਤੇ ਠੀਕ ਹੋ ਜਾਏ, 10 ਨੂੰ ਦੱਸਦਾ ਭਾਈ ਆਹ ਦਵਾਈ ਖਾਓ। ਜੇ ਕਿਸੇ ਨੂੰ ਖੰਘ ਜ਼ੁਕਾਮ ਲੱਗਿਆ ਹੋਏ ਤੇ ਠੀਕ ਹੋ ਜਾਏ ਨਾ ਕਿਸੇ ਦਵਾਈ ਨਾਲ, ਤੇ ਬੱਸ ਦੇ ਵਿੱਚ ਵੀ ਵੇਖ ਲੈ ਨਾ, ਨਾਲ ਬੈਠਾ ਭਾਵੇਂ ਜਾਣ ਪਛਾਣ, ਉਹਨੂੰ ਵੀ ਦੱਸੀ ਜਾਏਗਾ ਆਹ ਖਾ। ਜਿਹੜੇ ਭਗਤ ਨੇ ਨਾ ਉਹਨਾਂ ਨੇ ਰੱਬ ਦਾ ਨਾਂ ਜਪਿਆ ਤੇ ਉੱਚਾ ਕੂ ਕੂ ਕੇ ਲੋਕਾਂ ਨੂੰ ਕਿਹਾ ਭਾਈ ਮਤਾ ਕਿਤੇ ਜ਼ਿੰਦਗੀ ਵਿੱਚ ਡੁੱਬ ਜਾਇਓ, ਨਾਮ ਜਪੋ। ਉਹਨਾਂ ਕਿਹਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਭਗਤ ਧੰਨਾ ਜੀ ਨੇ ਕਿਹਾ ਜਿਹੜੇ ਪਰਮਾਤਮਾ ਦਾ ਭਜਨ ਬੰਦਗੀ ਕਰਦੇ ਨੇ, ਪਰਮੇਸ਼ਰ ਐਸਾ ਹੈ ਉਹਨਾਂ ਦੇ ਕਾਰਜ ਸਵਾਰ ਦਿੰਦਾ। ਜੇ ਕੋਈ ਮਨੁੱਖ ਇਸ ਬਚਨ ਤੇ ਪ੍ਰਤੀਤ ਕਰ ਲਵੇ, ਇਸ ਬਚਨ ਤੇ ਭਰੋਸਾ ਕਰ ਲਵੇ, ਜ਼ਿੰਦਗੀ ਪਾਰ ਹੋ ਜਾਏਗੀ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਾ। ਇਹ ਬਚਨ ਹੀ ਹੈ ਗੁਰੂ ਦਾ। ਜੇ ਕੋਈ ਇਸ ਬਚਨ ਤੇ ਸ਼ਰਧਾ ਧਾਰ ਲਏ ਕਰ ਜਾਏਗਾ, 9 ਨਿਧੀਆਂ ਪ੍ਰਾਪਤ ਕਰੇਗਾ। ਤੇ ਗੁਰੂ ਤੇਗ ਬਹਾਦਰ ਜੀ ਸਾਰੀ ਥਾਂ ਦੇ ਸਹਾਈ ਹੋਣਗੇ। ਜੇ ਗੁਰੂ ਸਾਹਿਬ ਜੀ ਨੇ ਲਿਖਿਆ, ਐਵੇਂ ਨਹੀਂ ਲਿਖਿਆ, ਬੜਾ ਘੋਖ ਪੜਤਾਲ ਕੇ ਲਿਖਿਆ ਹੋਏਗਾ। ਤੇ ਸਾਡੇ ਕੋਲ ਤੇ ਸਾਖੀਆਂ ਵੀ ਨੇ, ਕਿਤੇ ਭਾਈ ਮੱਖਣ ਸ਼ਾਹ ਲਵਾਣਾ ਕਿੱਥੇ ਦਾ ਕਿੱਥੇ ਬੈਠਾ, ਉਹਨੂੰ ਸਹਾਈ ਹੋਏ ਵੀ। ਇਸ ਕਰਕੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਕਰਨੀ ਪੈਂਦੀ ਹੈ। ਪਰ ਮਨੁੱਖ ਕਈ ਵਾਰੀ ਆਪਣਾ ਸਮਾਂ ਪਤਾ ਵੀ ਕਿਵੇਂ ਅਜਾਈ ਕਰਦਾ ਹੈ। ਜਿਹੜੇ ਬਚਨ ਗੁਰੂ ਨੇ ਨਹੀਂ ਕਹੇ ਉਹਨਾਂ ਦੇ ਉੱਤੇ ਚੱਲਦਾ। ਗੁਰੂ ਇਹ ਕਹਿੰਦਾ ਭਾਈ ਕਿਸੇ ਨਾਲ ਬੈਠ ਕੇ ਬਹੁਤੀ ਦੇਰ ਕਿਸੇ ਦੀ ਨਿੰਦਾ ਚੁਗਲੀ ਨਾ ਕਰ। ਪਰ ਅਸਲ 'ਚ ਮਨੁੱਖ ਕੀ ਕਰਦਾ, ਚੁਗਲੀ ਨਿੰਦਾ ਜ਼ਿਆਦਾ ਕਰੇਗਾ, ਨਾਮ ਜਪਦਾ ਨਹੀਂ।
ਪਰ ਗੁਰੂ ਤੇ ਕਹਿੰਦੇ ਵੀ ਜਿਹੜੇ ਚੁਗਲੀ ਨਿੰਦਾ ਕਰਨਗੇ ਮਰ ਜਾਣਗੇ, ਜਿਹੜੇ ਨਹੀਂ ਕਰਨਗੇ ਤਰ ਜਾਣਗੇ। ਹੁਣ ਗੁਰੂ ਦੇ ਬਚਨਾਂ ਤੋਂ ਉਲਟ ਚੱਲਣ ਵਾਲੇ ਮਨੁੱਖ ਦਾ ਇਹ ਹਾਲ ਹੁੰਦਾ ਹੈ, ਨਰਕਾਂ ਦੀਆਂ ਸੱਟਾਂ ਉਸ ਨੂੰ ਭੋਗਣੀਆਂ ਪੈਂਦੀਆਂ ਹਨ। ਦੋਹਰਾ ਗੁਰੂ ਸੰਤ ਤੇ ਲਾਭ ਤੇ ਗੁਰਮੁਖ ਦ੍ਰਿੜ ਮਤ ਜੋਏ। ਕਹਿੰਦੇ ਗੁਰੂ ਸੰਤ ਤੋਂ ਉਹੀ ਮਨੁੱਖ ਲਾਭ ਪ੍ਰਾਪਤ ਕਰ ਸਕਦਾ ਹੈ ਜਿਹਦੀ ਮਤ ਦ੍ਰਿੜਤਾ ਵਾਲੀ ਹੈ, ਹੋਰ ਕੋਈ ਨਹੀਂ ਪ੍ਰਾਪਤ ਕਰੇਗਾ। ਗੁਰੂ ਤੋਂ ਉਹ ਮਨੁੱਖ ਲਾਭ ਪ੍ਰਾਪਤ ਕਰੇਗਾ ਜਿਹੜਾ ਗੁਰੂ ਦੇ ਅੱਗੇ ਦ੍ਰਿੜਤਾ ਧਾਰਨ ਕਰੇਗਾ, ਹੋਰ ਕਿਸੇ ਨੂੰ ਨਹੀਂ ਪ੍ਰਾਪਤ ਹੁੰਦਾ। ਬੜੇ ਮਨੁੱਖ ਨੇ ਗੁਰੂ ਦੇ ਹੁਕਮਨਾਮੇ ਵੀ ਆਪਾਂ ਪਾਠ ਰਖਾਉਂਦੇ ਆ, ਇੱਥੋਂ ਪਾਵਨ ਹੁਕਮਨਾਮਾ ਗੁਰੂ ਸਾਹਿਬ ਜੀ ਦਾ ਲੈ ਕੇ ਜਾਂਦੇ ਆ। ਜੇ ਹੁਕਮ ਤੇ ਦ੍ਰਿੜਤਾ ਹੀ ਨਹੀਂ ਆਈ ਤੇ ਭਾਵੇਂ 2 ਵਾਰੀ ਮਨੁੱਖ ਹੋਰ ਅੱਗੇ ਰਖਾ ਲੈਂਦਾ। ਗੱਲ ਦ੍ਰਿੜਤਾ ਦੀ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹੜੇ ਮਨੁੱਖ ਜ਼ਿੰਦਗੀ ਵਿੱਚ ਗੁਰੂ ਦੇ ਦੱਸੇ ਮਾਰਗ ਤੇ ਦ੍ਰਿੜਤਾ ਧਾਰਨ ਕਰਦੇ ਨੇ ਉਹ ਗੁਰੂ ਤੋਂ ਲਾਭ ਪ੍ਰਾਪਤ ਕਰ ਜਾਂਦੇ ਹਨ। ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ। ਪਰ ਜੇ ਕੋਈ ਮਨੁੱਖ ਹੈ ਵੀ ਸਿੱਖ ਤੇ ਹੈ ਵੀ ਚੰਚਲ, ਉਹਨੂੰ ਸਿੱਖੀ ਵੀ ਉਲਟੀ ਪੈ ਜਾਂਦੀ ਹੈ। ਉਹਦੇ ਵਾਸਤੇ ਸਿੱਖਿਆ ਵੀ ਉਲਟੀ ਪੈਂਦੀ ਹੈ। ਕਿਵੇਂ? ਕਿਉਂਕਿ ਗੁਰੂ ਦੇ ਬਚਨ ਕਹਿਣੇ ਨੇ, ਉਹਨੇ ਮੰਨਣੇ ਨਹੀਂ, ਉਲਟੀ ਪੈ ਗਈ ਸਿੱਖੀ, ਉਲਟੀ ਗੱਲ ਕਰੇਗਾ। ਇਸ ਕਰਕੇ ਮਨਮੁਖਾਂ ਨੂੰ ਜਿਹੜੀ ਸਿੱਖਿਆ ਹੀ ਉਹਨਾਂ ਦੀ ਕਮਾਈ ਹੋਈ ਉਲਟੀ ਹੋ ਜਾਂਦੀ ਹੈ। ਮਹਿਮਾ ਸਤਿਗੁਰ ਬਚਨ ਕੀ ਦੇਖੋ ਪੁੰਨ ਪਰਮਾਨ। ਕਹਿੰਦੇ ਇਸ ਕਰਕੇ ਗੁਰੂ ਦੇ ਬਚਨ ਦੀ ਮਹਿਮਾ ਤੁਹਾਡੇ ਸਾਹਮਣੇ ਹੁਣ ਪ੍ਰਮਾਣ ਦਿੱਤਾ, ਚੋਰ ਦੇ ਫਾਹ ਵਾਲਾ। ਕਹਿੰਦੇ ਇਹਨੂੰ ਪ੍ਰਮਾਣਿਕ ਮੰਨ ਕੇ ਮੰਨ ਲੈਣਾ ਚਾਹੀਦਾ ਹੈ। ਵਿਖਮ ਭਇਓ ਸਿੱਖ ਫਾਸ ਤਿਸ ਤਸਕਰ ਸਵਰਗ ਮਹਾਨ। ਕਹਿੰਦੇ ਇੰਨਾ ਹੀ ਫਰਕ ਹੈ, ਇੱਕ ਸਿੱਖ ਸੀ ਗੁਰੂ ਦੇ ਬਚਨ ਤੇ ਪ੍ਰਤੀਤ ਨਹੀਂ ਆਈ, ਨਰਕਾਂ ਨੂੰ ਗਿਆ, ਫਾਹ ਖਾਣਾ ਪਿਆ। ਇੱਕ ਚੋਰ ਸੀ, ਬਚਨ ਤੇ ਪ੍ਰਤੀਤ ਆ ਗਈ, ਸਵਰਗਾਂ ਨੂੰ ਗਿਆ। ਦੇਖੋ ਇਹ ਫਰਕ ਤੇ ਇਹੀ ਹੈ। ਭਾਵੇਂ ਚੋਰ ਸੀ ਪਰ ਗੁਰੂ ਦੇ ਬਚਨ ਤੇ ਪ੍ਰਤੀਤ ਆ ਗਈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 2 ਸਿੱਖ ਚੋਰ ਕਰਨ, ਚੋਰ ਕਰਦਿਆਂ ਪ੍ਰਤੀਤ ਦੀ ਗੱਲ। ਇੱਕ ਕੋਲ ਬੈਠਾ ਹੈ, ਥੱਲੇ ਕੋਈ ਭਾਲੂ ਵਾਲਾ ਤਮਾਸ਼ਾ ਵਿਖਾ ਰਿਹਾ ਸੀ। ਕਈ ਵਾਰੀ ਮਨੁੱਖ ਗੁਰੂ ਦੇ ਕੋਲ ਰਹਿੰਦਿਆਂ ਗੁਰੂ ਤੋਂ ਦੂਰ ਹੁੰਦਾ ਹੈ, ਕਈ ਵਾਰੀ ਦੂਰ ਬੈਠਿਆਂ ਗੁਰੂ ਦੇ ਨੇੜੇ ਹੁੰਦਾ। ਐਸੇ ਵੇਖੋ ਸਾਰੀ ਉਮਰ ਕਈ ਵਾਰੀ ਮਨੁੱਖ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਬਿਤਾ ਦਿੰਦਾ ਹੈ, ਬਤੌਰ ਪਾਦਰੀ, ਬਤੌਰ ਮੌਲਵੀ, ਬਤੌਰ ਪੰਡਤ ਜੀ, ਬਤੌਰ ਇੱਕ ਗ੍ਰੰਥੀ। ਸਾਰੀ ਜ਼ਿੰਦਗੀ ਮਨੁੱਖ ਚਾਰੇ ਧਰਮਾਂ ਦੀ ਮੈਂ ਗੱਲ ਕਰ ਰਿਹਾ, ਭਿਕਸ਼ੂ ਬਣ ਕੇ ਗੁਜ਼ਾਰ ਦਿੰਦਾ ਸਾਰੀ ਜ਼ਿੰਦਗੀ। ਰੱਬ ਦੇ ਨਜ਼ਦੀਕ ਰਹਿ ਕੇ ਰੱਬ ਤੋਂ ਕੁਝ ਨਹੀਂ ਪ੍ਰਾਪਤ ਕਰਦਾ, ਕਈ ਰੱਬ ਤੋਂ ਦੂਰ ਰਹਿ ਕੇ ਰੱਬ ਤੋਂ ਬੜਾ ਕੁਝ ਲੈ ਜਾਂਦੇ। ਕਹਿੰਦੇ ਮਹਾਰਾਜ ਦੇ ਕੋਲ ਬੈਠੇ ਇੱਕ ਕਹਿੰਦਾ ਵੀ ਮੈਂ ਤੇ ਤਮਾਸ਼ਾ ਵੇਖ ਕੇ ਆਉਣਾ ਹੈ। ਕਹਿੰਦੇ ਜੇ ਗੁਰੂ ਜੀ ਉੱਠ ਗਏ ਤੇ ਗੁੱਸਾ ਬੜਾ ਹੋਣਗੇ। ਕਹਿੰਦੇ ਤੂੰ ਕਰ ਚੋਰ, ਮੈਂ ਤੇ ਚੱਲਿਆ ਬਾਈ। ਉਹ ਉੱਠ ਕੇ ਚਲਾ ਗਿਆ, ਉੱਥੇ ਤਮਾਸ਼ਾ ਵੇਖ ਰਹੇ ਹੈ। ਵੇਂਦਿਆਂ ਸੋਚਦਾ ਜੇ ਗੁਰੂ ਉੱਠ ਗਿਆ ਤੇ ਗਾਲਾਂ ਬੜੀਆਂ ਪੈਣਗੀਆਂ। ਜਿਹੜਾ ਚੌਰ ਕਰ ਰਿਹਾ ਉੱਤੇ ਬੈਠਾ ਉਹ ਕਹਿੰਦਾ ਮਨਾ ਪਤਾ ਨਹੀਂ ਕੈਸਾ ਹੋਏਗਾ ਤਮਾਸ਼ਾ, ਤੂੰ ਵੀ ਵੇਖ ਆਉਂਦਾ ਤੇ ਠੀਕ ਹੀ ਸੀ। ਮਹਾਰਾਜ ਉੱਠੇ, ਕਹਿੰਦੇ ਮਹਾਰਾਜ ਕਹਿੰਦੇ ਦੂਜਾ, ਕਹਿੰਦੇ ਮਹਾਰਾਜ ਮੈਂ ਇੱਥੇ ਆ, ਮੈਂ ਨਹੀਂ ਵੇਖਣ ਗਿਆ, ਉਹ ਗਿਆ। ਪਰ ਕਿ ਨਹੀਂ, ਤੂੰ ਹਾਜ਼ਰ ਹੁੰਦਾ ਹੋਇਆ ਵੀ ਗੈਰ ਹਾਜ਼ਰ ਹੈ। ਉਹ ਗੈਰ ਹਾਜ਼ਰ ਹੁੰਦਾ ਹੋਇਆ ਵੀ ਹਾਜ਼ਰ ਹੈ। ਕਿਉਂ? ਤੂੰ ਇੱਥੇ ਮੈਨੂੰ ਚੋਰ ਕਰਦਿਆਂ ਵੀ ਤੇਰਾ ਦਿਮਾਗ ਭਾਲੂ ਦੇ ਤਮਾਸ਼ੇ ਵਿੱਚ ਹੈ। ਉਹ ਉੱਥੇ ਤਮਾਸ਼ੇ 'ਚ ਬੈਠਾ ਵੀ ਮੇਰੇ 'ਚ ਧਿਆਨ ਜੋੜੀ ਬੈਠਾ ਹੈ ਵੀ ਪਤਾ ਨਹੀਂ ਗੁਰੂ ਉੱਠ ਕੇ ਕੀ ਕਹੇਗਾ। ਇਸ ਕਰਕੇ ਗੁਰੂ ਦੇ ਨਜ਼ਦੀਕ ਰਹਿਣ ਦਾ ਮਤਲਬ ਹੈ ਮਨੋਂ ਗੁਰੂ ਦੇ ਬਚਨਾਂ ਨੂੰ ਪਿਆਰ ਕਰਨਾ। ਸੋ ਇਸ ਕਰਕੇ ਇਹ ਪ੍ਰਮਾਣਿਕ ਬਚਨ ਨੇ ਜਿਨ੍ਹਾਂ ਨੇ ਵੀ ਗੁਰੂ ਦੇ ਮਹਾਰਾਜ ਕਹਿੰਦੇ ਕੋਈ ਗਾਵੇ ਕੋ ਸੁਣਾਏ। ਐਵੇਂ ਨਹੀਂ ਕੋਈ ਸਿੱਖ ਨਾ, ਕੋਈ ਵੀ ਮਨੁੱਖ, ਰਾਹ ਚੱਲਦਾ ਮਨੁੱਖ ਗੁਰਦੁਆਰਿਓਂ ਆਵਾਜ਼ ਸੁਣ ਲਏ ਬਸ। ਜਿਵੇਂ ਅਸੀਂ ਇੱਥੇ ਕਥਾ ਕਰ ਰਹੇ ਹਾਂ ਨਾ, ਕੋਈ ਬਾਹਰ ਆਵਾਜ਼ ਸੁਣ ਲਏ ਵੀ ਨਾਮ ਜਪਿਆ ਬੜਾ ਕੁਝ ਮਿਲਦਾ ਹੈ ਤੇ ਉਹ ਇਸ ਗੱਲ ਤੇ ਚੱਲਣ ਲੱਗ ਜਾਏ ਤੇ 6 ਮਹੀਨੇ ਬਾਅਦ ਮੈਨੂੰ ਮਿਲੇ ਵੀ ਹਾਂਜੀ ਬਾਬਾ ਜੀ, ਤੇ ਅਸੀਂ ਪੁੱਛੀਏ ਵੀ ਤੈਨੂੰ ਇੰਨਾ ਗਿਆਨ ਕਿੱਥੋਂ ਪ੍ਰਾਪਤ ਹੋਏਗਾ? ਉਹ ਕਹੇਗਾ ਇੱਕ ਦਿਨ ਮੈਂ ਸਪੀਕਰ 'ਚੋਂ ਹੀ ਸੁਣਿਆ ਸੀ ਵੀ ਨਾਮ ਜਪਿਆ ਭਲਾ ਹੁੰਦਾ ਹੈ, ਮੈਂ ਤੇ ਉਸੇ ਦਿਨ ਹੀ ਚੱਲ ਪਿਆ ਇਸ ਬਚਨ ਤੇ।
मैं तो उस दिन सुनिया सी भी भई प्राप्त मानुक दे होरिया गोबिंद मिलन की ये तेरी वरिया। कहते रह रास चों मैं सुन लिया, बस ये बचन सुनिया, मेरा उदण ही भला होना शुरू हो गया। इस करके महाराज बाणी च इत्थे कह रहे ने इतिहास दे विच, सिख वो है जेड़ा गुरु दे बचन ते अटल शरधा धारण करे, गुरु दे बचन नूं मन्ने। जेड़े गुरु दे बचन नूं मन जांदे ने, गुर सिख मीत चलो हो गुर चाली, जो गुर कहे सोई भल मन हो, हर हर कथा निराली। इन्नियां बेनतियां प्रवान करनियां, होई भुल चुक दे लई खिमा करनी। कल नूं गुरु अमरदास महाराज जी दी जिहड़ी मुढ़ली कथा है वो आरंभ होएगी। आप जी बड़े अदब सत्कार दे नाल निरंतर, क्योंकि 2 दिन विच श्री गुरु ग्रंथ साहिब महाराज जी का पावन प्रकाश पुरब सी, उहदे करके कथा नहीं हुई। हुण लगातार कथा चलेगी। कल तो फिर आपां सवेरे अते शाम एवें गुरु दी जीवन, गुरु दे इतिहास नाल आप जी नाल सांझ पावांगे। होई भुल चुक दे लई खिमा। गुरु जी किरपा करन, जिन्ने प्राणी आप जी संगत विच चल के आउंदे हो, सबनां नूं प्रेम दी दात, नाम दी दात, गुरबाणी गुरसिੱਖੀ दी दात बख्श के नवाजन। इन्नियां बेनतियां प्रवान। वाहिगुरू जी का खालसा, वाहिगुरू जी की